ਪਹਿਲਾਂ ਸਾਡੇ ਕੰਪਿਊਟਰ ਟੀਚਰ ਸੀ ਇੱਥੇ ਪਰਮਿੰਦਰ ਸਿੰਘ ਜੀ। ਅੱਛਾ। ਉਹਨਾਂ ਦਾ ਬਣਾਇਆ ਸੀਗਾ ਜੀ। ਅੱਛਾ। ਅਤੇ ਉਦੋਂ ਬਾਅਦ 'ਚ ਮੇਰੇ ਦੋਸਤ ਨੇ ਦੇਖਿਆ ਇੱਕ ਨਹੀਂ, ਉਹ ਕਹਿੰਦਾ ਮੈਨੂੰ ਵੀ ਬਣਾ ਕੇ ਦੇ ਜੀ। ਅਤੇ ਮੈਂ ਫਿਰ ਉਹ ਪੈਸੇ ਪੁੱਛਣ ਲੱਗ ਗਿਆ ਜੀ। ਉਦੋਂ ਹੁੰਦਾ ਨਹੀਂ ਸੀਗਾ ਵੀ ਚਲੋ ਇਹ ਤਾਂ ਆਈ ਹੈ ਬਣਾਈ ਹੈ। ਅਤੇ ਉਦੋਂ ਮੈਂ ਉਹਨੂੰ 50 ਰੁਪਏ ਦਾ ਵੇਚਿਆ ਸੀਗਾ। ਪਹਿਲਾਂ ਸਕੈਚ। ਹਾਂਜੀ ਹਾਂਜੀ। ਅਸੀਂ ਤੇਰਾ ਪਿੰਡ ਦੇਖਣ ਲੱਗ ਗਏ ਸੀ। ਬੜਾ ਸੋਹਣਾ। ਇੱਥੇ ਲਾ ਦੀ ਕਾਰ, ਕੋਈ ਦਿੱਕਤ ਤਾਂ ਨਹੀਂ ਗੀ? ਅੰਦਰ ਲਵਾਰਨਾ ਗੱਡੀ ਆ ਕਰ। ਅੱਛਾ, ਮੈਂ ਕਹਿੰਦੀ ਅੰਦਰ ਲਾ ਦਿੰਨੇ ਆ, ਹਨਾ? ਹਾਂ। ਬੀ ਸੋਸ਼ਲ ਵੇਖ ਰਹੇ ਹੋ ਤੁਸੀਂ। ਮੈਂ ਗੁਰਦੀਪ ਗਰੇਵਾਲ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਉਮੀਦ ਹੈ ਸਭ ਠੀਕ ਠਾਕ ਹੋਵੋਗੇ। ਬੀ ਸੋਸ਼ਲ ਦੀ ਅੱਜ ਇਸ ਬੇਹੱਦ ਖਾਸ ਇੰਟਰਵਿਊ ਦੇ ਵਿੱਚ ਸਾਡੇ ਨਾਲ ਸੁਖਪਾਲ ਹੁਣੀ ਹੋਣਗੇ। ਇਹਨਾਂ ਨੂੰ ਸਾਰੇ ਸੁਖਪਾਲ ਲੌਂਗੋਵਾਲ ਦੇ ਨਾਂ ਨਾਲ ਜਾਣਦੇ ਨੇ ਅਤੇ ਅੱਜ ਅਸੀਂ ਇਹਨਾਂ ਦੇ ਪਿੰਡ ਜ਼ਿਲ੍ਹਾ ਸੰਗਰੂਰ 'ਚ ਜੋ ਪੈਂਦਾ ਲੌਂਗੋਵਾਲ ਪਹੁੰਚੇ ਹੋਏ ਹਾਂ। ਸੁਖਪਾਲ ਦੀ ਖਾਸੀਅਤ ਇਹ ਹੈ ਕਿ ਇਹ ਪੈਨਸਲ ਆਰਟ ਕਰਦੇ ਨੇ, ਪੈਨਸਲ ਸਕੈਚ ਬਣਾਉਂਦੇ ਨੇ ਅਤੇ ਰੀਸੈਂਟਲੀ ਇਹਨਾਂ ਨੇ ਟੈਟੂਜ਼ ਬਣਾਉਣ ਦਾ ਵੀ ਕੰਮ ਸ਼ੁਰੂ ਕੀਤਾ ਹੈ। ਇਹ ਆਰਟ ਅੱਜ ਕੱਲ੍ਹ ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਬਹੁਤ ਘੱਟ ਲੋਕਾਂ ਕੋਲ ਰਹਿ ਗਈ ਆ। ਪਹਿਲਾਂ ਲੋਕ ਇਸ ਚੀਜ਼ ਨੂੰ ਸਿੱਖਦੇ ਸੀ ਜਾਂ ਆਪਣੀ ਇਸ ਕਲਾ ਨੂੰ ਜ਼ਾਹਿਰ ਕਰਦੇ ਹੁੰਦੇ ਸੀ, ਪਰ ਅੱਜ ਦੀ ਜਨਰੇਸ਼ਨ ਦੇ ਵਿੱਚ ਇਹ ਬਹੁਤ ਘੱਟ ਦੇਖਣ ਨੂੰ ਮਿਲਦਾ। ਅਤੇ ਸੁਖਪਾਲ ਉਹਨਾਂ ਦੀ ਉਮਰ ਵੀ ਕੁਛ ਜ਼ਿਆਦਾ ਨਹੀਂ, ਸਿਰਫ 24 ਸਾਲ ਹੈ। ਅਤੇ ਕਦੋਂ ਤੋਂ ਇਹ ਪੈਨਸਲ ਆਰਟ ਕਰਦੇ ਆ ਰਹੇ ਨੇ, ਕਿਵੇਂ ਇਹਨਾਂ ਨੂੰ ਰੁਝਾਨ ਪਿਆ ਜਾਂ ਕਿੱਥੋਂ ਇਹਨਾਂ ਨੇ ਬਰੀਕੀਆਂ ਸਿੱਖੀਆਂ ਅਤੇ ਕੀ ਚੀਜ਼ਾਂ ਖਾਸ ਹੁੰਦੀਆਂ ਨੇ ਇਸ ਕਲਾ ਦੇ ਵਿੱਚ, ਜਾਂ ਕਿਵੇਂ ਇਸ ਕਲਾ ਨੂੰ ਸਿੱਖਿਆ ਜਾ ਸਕਦਾ, ਜਾਂ ਅੱਗੇ ਫਿਰ ਉਹ ਆਪਣਾ ਕੀ ਸਕੋਪ ਦੇਖਦੇ ਨੇਗੇ ਇਸੇ ਖੇਤਰ ਦੇ ਵਿੱਚ, ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ। ਪਹਿਲਾਂ ਸੁਖਪਾਲ ਨੂੰ ਜੀ ਆਏ ਕਹਿੰਦੇ ਆ। ਸਤਿ ਸ਼੍ਰੀ ਅਕਾਲ ਸੁਖਪਾਲ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਤੁਸੀਂ? ਠੀਕ ਠਾਕ ਜੀ, ਵਧੀਆ ਜੀ। ਪਹਿਲਾਂ ਤਾਂ ਸਾਨੂੰ ਆਪਣੇ ਪਿੰਡ ਬਾਰੇ ਥੋੜ੍ਹਾ ਜਿਹਾ ਦੱਸੋ। ਮੇਰਾ ਪਿੰਡ ਲੌਂਗੋਵਾਲ ਹੈ ਜੀ, ਹਾਂ। ਸੰਗਰੂਰ ਜ਼ਿਲ੍ਹੇ ਦਾ ਵੱਡਾ ਪਿੰਡ ਹੈ ਜੀ। ਅੱਛਾ। ਅਤੇ 52 ਸ਼ਹੀਦਾਂ ਦੀ ਧਰਤੀ ਕਿਹਾ ਜਾਂਦਾ ਇਹਨੂੰ ਜੀ। ਅੱਛਾ। ਸਾਡੇ ਯੂਨੀਵਰਸਿਟੀ ਵੀ ਸਲਾਈਟੀ ਇੱਥੇ ਜੀ। ਅੱਛਾ। ਹਾਂਜੀ। ਠੀਕ ਹੈ। ਮੈਂ ਆਉਂਦੇ ਹੋਏ ਨਾ ਇੱਕ ਸਟੋਰੀ ਪਾਈ ਸੀਗੀ ਕਿ ਵੇ ਟੂ ਲੌਂਗੋਵਾਲ, ਅਤੇ ਕਿਸੇ ਨੇ ਮੈਸੇਜ ਕੀਤਾ ਸੀ ਵੀ ਇੱਥੋਂ ਦੀ ਯੂਨੀਵਰਸਿਟੀ ਵੀ ਬਹੁਤ ਸੋਹਣੀ ਹੈ। ਹਾਂਜੀ ਹਾਂਜੀ। ਅੱਛਾ, ਉਸ ਯੂਨੀਵਰਸਿਟੀ ਦੀ ਗੱਲ ਕਰਦੇ ਨੇ ਹੈ? ਹਾਂਜੀ ਹਾਂਜੀ। ਠੀਕ ਹੈ। ਅਤੇ ਸੁਖਪਾਲ, ਤੁਸੀਂ ਤੁਹਾਡੀ 24 ਸਾਲ ਦੀ ਉਮਰ ਆ ਅਤੇ ਕਦੋਂ ਤੋਂ ਤੁਸੀਂ ਪੈਨਸਲ ਆਰਟ ਜਾਂ ਫਿਰ ਪੈਨਸਲ ਸਕੈਚ ਬਣਾਉਣੇ ਸ਼ੁਰੂ ਕੀਤੇ ਸੀਗੇ? ਡਰਾਇੰਗ ਦਾ ਤਾਂ ਮੈਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਜੀ। ਅੱਛਾ। ਅਤੇ ਜਦੋਂ ਆਪਣਾ 6ਵੀਂ ਕਲਾਸ ਤੋਂ ਸਟਾਰਟ ਹੁੰਦੇ ਜੀ, ਅਤੇ ਉਦੋਂ ਮੇਰਾ ਵੱਡੇ ਬ੍ਰਦਰ ਤੋਂ ਮੈਂ ਪਿੱਛੇ ਹੁੰਦਾ ਸੀ। ਉਹ 6ਵੀਂ ਕਲਾਸ 'ਚ ਹੁੰਦੇ ਸੀ, ਮੈਂ 5ਵੀਂ 'ਚ ਹੁੰਦਾ ਸੀਗਾ ਜੀ। ਅੱਛਾ। ਅਤੇ ਮੈਨੂੰ ਉਦੋਂ ਡਰਾਇੰਗ ਲੱਗੀ ਨਹੀਂ ਹੁੰਦੀ ਸੀ, ਸ਼ੌਂਕ ਹੀ ਹੁੰਦਾ ਸੀਗਾ। ਅਤੇ ਮੈਂ ਉਹਨਾਂ ਦਾ ਕੰਮ ਕਰ ਦਿੰਦਾ ਹੁੰਦਾ ਸੀ ਚੱਕ ਕੇ ਜੀ। ਅਤੇ ਹੌਲੀ ਹੌਲੀ ਅੱਗੇ ਰੁਝਾਨ ਵੱਧਦਾ ਗਿਆ ਜੀ, ਅਤੇ ਪਾਰਟੀਸਪੇਟ ਕਰਨ ਲੱਗ ਗਏ ਜੀ, ਕੰਪੀਟੀਸ਼ਨਾਂ ਜਾਣ ਲੱਗ ਗਏ ਜੀ। ਅੱਛਾ। ਫਿਰ ਇਹ ਕੰਮ ਮੈਂ ਦੇਖਿਆ ਸੀਗਾ ਜੀ ਸਰਦਾਰ ਹਰਬੰਸ ਸਿੰਘ ਢਿੱਲੋਂ ਦਾ ਜੀ। ਹਾਂਜੀ। ਬਿੰਨੂ ਢਿੱਲੋਂ ਦੇ ਡੈਡ ਨੇ ਜੀ। ਹਾਂਜੀ ਹਾਂਜੀ। ਅਤੇ ਉਹਨਾਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਦੇਖ ਕੇ। ਅੱਛਾ। ਅਤੇ ਉੱਥੋਂ ਫਿਰ ਮੈਂ ਉਹਨਾਂ ਨੂੰ ਗੁਰੂ ਧਾਰ ਲਿਆ ਜੀ। ਠੀਕ ਹੈ। ਕਿੰਨੇ ਭੈਣ ਭਰਾ ਤੁਸੀਂ? ਅਸੀਂ 4 ਭੈਣ ਭਰਾ ਜੀ। ਅੱਛਾ ਜੀ। ਅਤੇ ਤੁਸੀਂ ਸਾਰਿਆਂ ਤੋਂ ਛੋਟੇ? ਹਾਂਜੀ ਹਾਂਜੀ, ਮੈਂ ਸਭ ਤੋਂ ਛੋਟਾ ਜੀ। ਠੀਕ ਹੈ। ਜਿਵੇਂ ਮੈਨੂੰ ਯਾਦ ਆ ਵੀ ਅਸੀਂ ਵੱਧ ਤੋਂ ਵੱਧ ਡਰਾਇੰਗ 'ਚ ਕੀ ਕਰ ਲੈਂਦੇ ਹੁੰਦੇ ਸੀ, ਵੀ ਇੱਕ ਝੌਂਪੜੀ ਤੇ ਪਹਾੜ ਨੇ, ਹੈ ਨਾ? ਹਾਂਜੀ ਹਾਂਜੀ। ਤਾਂ ਉਦੋਂ ਤੁਹਾਡੀ ਡਰਾਇੰਗ 'ਚ ਵੀ ਤੁਹਾਨੂੰ ਕੁਛ ਲੱਗਿਆ ਵੀ ਤੁਸੀਂ ਕੁਛ ਅਲੱਗ ਡਰਾ ਕਰਦੇ ਹੁੰਦੇ ਸੀ ਉਸ ਟਾਈਮ, ਜਾਂ ਬਾਕੀ ਨਿਆਣਿਆਂ ਵਰਗੀ ਸੀ ਪਰ ਥੋੜ੍ਹੀ ਜਿਹੀ ਸਾਫ਼ ਸੀਗੀ? ਨਹੀਂ, ਉਦੋਂ ਮੈਂ ਵੀ ਜਿਵੇਂ ਇੱਟ 'ਤੇ ਸੇਬ ਹੁੰਦਾ ਸੀਗਾ ਜੀ, ਝੋਪੜੀ ਉਹੀ ਸਟਾਰਟ ਕੀਤਾ ਸੀ। ਪਰ ਜਦ ਵੱਧ ਤੋਂ ਵੱਧ ਜਿਵੇਂ ਮੈਨੂੰ 5ਵੀਂ 'ਚ ਦੇਖਿਆ ਸੀ, ਮਤਲਬ ਮੈਡਮ ਨੇ ਕਿਸੇ ਨੇ ਪੱਖਾ ਬਣਾ ਕੇ ਦਿਖਾਇਆ ਸੀ। ਅੱਛਾ। ਅਤੇ ਉਹ ਮੈਨੂੰ ਡਿਫੀਕਲਟ ਜਿਹਾ ਲੱਗਿਆ ਵੀ ਐਂ ਵੀ ਹੋ ਜਾਂਦਾ ਹੈ ਨਾ ਜੀ, ਬਿਨਾਂ ਸਕੇਲ ਤੋਂ ਹੀ। ਅੱਛਾ। ਅਤੇ ਉਸ ਤੋਂ ਬਾਅਦ ਅਤੇ ਜਦੋਂ ਅੰਕਲ ਮਿਲੇ ਜੀ ਮੈਨੂੰ, ਅਤੇ ਮੈਂ ਤਾਂ ਦੇਖੀ ਵੀ ਇਹ ਚੀਜ਼ ਵੀ ਹੋ ਸਕਦੀ ਹੈ ਪੈਨਸਲ ਨਾਲ ਹੀ। ਅੱਛਾ। ਅਤੇ ਉਦੋਂ ਬਾਅਦ ਮੈਨੂੰ ਲੱਗਿਆ ਵੀ ਆਪਾਂ ਨੂੰ ਵੀ ਇਹ ਕਰਨਾ ਚਾਹੀਦਾ ਜੀ। ਅਤੇ ਉਹਨਾਂ ਦੇ ਮਿਲਣ ਤੋਂ ਪਹਿਲਾਂ ਕੁਛ ਇਸ ਚੀਜ਼ ਬਾਰੇ ਤੁਹਾਨੂੰ ਪਤਾ ਸੀਗਾ ਵੀ ਮਤਲਬ ਪੈਨਸਲ ਆਰਟ ਕੀ ਹੁੰਦੀ ਆ? ਨਹੀਂ, ਉਸ ਤੋਂ ਪਹਿਲਾਂ ਨਹੀਂ ਪਤਾ ਜੀ। ਅੱਛਾ। ਉਹਨਾਂ ਤੋਂ ਬਾਅਦ ਮਿਲਣ ਤੋਂ ਬਾਅਦ ਹੀ ਪਤਾ ਚੱਲਿਆ ਜੀ। ਅੱਛਾ ਅੱਛਾ। ਹਾਂਜੀ। ਠੀਕ ਹੈ। ਇਹ ਚੀਜ਼ ਮਤਲਬ ਸਿੱਖੀ ਜਾ ਸਕਦੀ ਹੈ? ਹਾਂਜੀ ਹਾਂਜੀ। ਤੁਹਾਨੂੰ ਕਿੰਨਾ ਟਾਈਮ ਲੱਗਿਆ ਸੀਗਾ ਸਿੱਖਣ ਲਈ? ਉਹ ਮੈਨੂੰ +2 'ਚ ਮਿਲੇ ਸੀਗੇ ਜੀ, ਜਦੋਂ ਮੈਂ +2 2014 'ਚ ਪੜ੍ਹਦਾ ਸੀਗਾ ਜੀ। ਅੱਛਾ। ਅਤੇ ਉਦੋਂ ਸਟਾਰਟ ਕੀਤਾ ਸੀ ਮੈਂ 2014 ਤੋਂ ਹੀ, ਅਤੇ ਹੁਣ ਤੱਕ ਸਿੱਖੀ ਜਾਂਦੇ ਜੀ ਹੌਲੀ ਹੌਲੀ। 7 ਸਾਲ ਹੋ ਗਏ? ਹਾਂਜੀ ਹਾਂਜੀ। ਜਿਵੇਂ ਅੱਜ ਵੀ 7 ਸਾਲ ਤੋਂ ਬਾਅਦ ਤੁਹਾਨੂੰ ਲੱਗਦਾ ਹੁੰਦਾ ਵੀ ਆਹ ਚੀਜ਼ ਨਵੀਂ ਆ, ਜਾਂ ਵੀ ਇੱਕੋ ਸਿਟਿੰਗ 'ਚ ਸਿੱਖੀ ਜਾ ਸਕਦੀ ਇਹ ਚੀਜ਼, ਜਾਂ ਅੱਜ ਵੀ ਤੁਹਾਨੂੰ ਲੱਗਦਾ ਹੁੰਦਾ ਵੀ ਜਦੋਂ ਤੁਹਾਨੂੰ ਕੁਛ ਨਹੀਂ ਆ ਰਿਹਾ ਹੁੰਦਾ ਜਾਂ ਕੁਛ ਚੀਜ਼ਾਂ ਨਹੀਂ ਸੌਟ ਆਊਟ ਹੁੰਦੀਆਂ, ਵੀ ਹੁਣ ਵੀ ਤੁਹਾਨੂੰ ਹੁੰਦਾ ਵੀ ਉਹਨਾਂ ਨੂੰ ਪੁੱਛ ਲਈਏ ਜਾਂ ਫਿਰ ਇਹ ਸਿੱਖਾਂ ਮੈਂ ਵੀ, ਇਹ ਕਿੱਦਾਂ ਹੁੰਦਾ ਆ? ਹਾਂ, ਨਵੀਆਂ ਟੈਕਨੀਕਾਂ ਆਉਂਦੀਆਂ ਜੀ, ਜਿਵੇਂ ਡਿਟੇਲ ਦੇਣ ਵਾਸਤੇ ਇਹਨਾਂ ਨੂੰ ਜੀ। ਅਤੇ
ਬਾਕੀ ਸਿੱਖਣ ਦਾ ਐਵੇਂ ਆਈ ਜੀ, ਬੰਦੇ ਦੇ ਅੰਦਰੋਂ ਹੁੰਦਾ ਜੀ ਸਿੱਖਣ ਦਾ ਹੋਣਾ ਜੀ, ਤਾਂ ਉਹ ਸਿੱਖ ਸਕਦਾ, ਬਹੁਤ ਛੇਤੀ ਵੀ ਸਿੱਖ ਸਕਦਾ ਜੀ। ਪਰ ਮੇਰੇ ਲਈ ਬਹੁਤ ਜਾਣੇ ਆਉਂਦੇ ਸਿੱਖਣ ਵਾਲੇ ਵੀ, ਹਫ਼ਤਾ ਕੁ ਲਾ ਕੇ, ਮਤਲਬ ਅਗਲਾ ਹੁੰਦਾ ਵੀ ਮਹੀਨੇ ਕੁ 'ਚ ਸਿੱਖ ਜਾਂਗੇ ਜੀ। ਮਤਲਬ ਲਗਨ ਤੇ ਡਿਪੈਂਡ ਕਰਦਾ ਅਗਲੇ ਤੇ ਵੀ ਕਿੰਨੀ ਕੁ ਮਿਹਨਤ ਕਰਦਾ ਹੋਵੇ। ਇਹਦੇ 'ਚ ਪੇਸ਼ੈਂਸ ਰੱਖਣੀ ਪੈਂਦੀ ਹਾਂਜੀ ਆ। ਹਾਂਜੀ ਹਾਂਜੀ। ਤੇ ਜਿਵੇਂ ਜਦੋਂ ਤੁਸੀਂ ਆਪਣੇ ਘਰਦਿਆਂ ਨੂੰ ਪਤਾ ਲੱਗਿਆ ਹੋਣਾ ਵੀ ਅਸੀਂ ਵੈਸੇ ਗੱਲ ਗਾਇਕਾਂ ਨੂੰ ਪੁੱਛਦੇ ਹੁੰਦੇ ਇਹ ਸਵਾਲ, ਹਾਂਜੀ, ਤੁਹਾਡੀ ਇਸ ਆਰਟ ਨੂੰ ਤੁਹਾਡੇ ਪੇਰੈਂਟਸ ਸਮਝ ਸਕੇ ਵੀ ਇਹ ਵੀ ਇੱਕ ਕਿੱਤਾ ਬਣ ਸਕਦਾ ਹੈ, ਜਾਂ ਫਿਰ ਕਈ ਵਾਰ ਸਾਨੂੰ ਅਗਲਾ ਕਹਿ ਦਿੰਦਾ ਵੀ ਅੱਛਾ ਪੈਨਸਲ ਆਰਟ ਬਣਾਉਣਾ, ਅੱਛਾ ਉਹ ਕੰਮ ਕੀ ਕਰਦਾ, ਕਦੇ ਕੁਛ ਇਦਾਂ ਦਾ ਸੁਣਿਆ ਤੁਸੀਂ? ਇਹਨਾਂ ਨੂੰ ਘੱਟ ਹੀ ਪਤਾ ਸੀਗਾ ਘਰੇ ਅੱਛਾ ਪੜ੍ਹਨ ਲਿਖਣ ਕਰਕੇ, ਤੇ ਕਹਿ ਦਿੰਦੇ ਆ ਰਿਸ਼ਤੇਦਾਰ ਵੀ ਇਹ ਕੀ ਕੰਮ ਹੈ ਜੀ, ਕੰਮ ਤੇ ਲਾਓ ਇਹਨੂੰ ਜੀ। ਅੱਛਾ ਤੇ ਉਹ ਚੀਜ਼ ਬਸ ਮੈਂ ਨਹੀਂ ਛੱਡਿਆ ਖਹਿੜਾ ਹੀ, ਮੈਨੂੰ ਲੱਗਿਆ ਸੀ ਵੀ ਲੱਗਦਾ ਸੀਗਾ ਵੀ ਹੋਊਗਾ ਹੈਗਾ ਹੀ ਕੁਛ, ਤਾਂ ਕਰਕੇ ਲੱਗੇ ਰਹੇ। ਪਰ ਸਾਨੂੰ ਥੋੜੇ ਦੱਸੋ, ਜਿਵੇਂ ਅੱਜ ਜੇ ਕਿਸੇ ਹੋਰ ਨੇ ਇਸ ਕਿੱਤੇ 'ਚ ਆਉਣਾ ਹੈ ਨਾ, ਵੀ ਇਹਨੂੰ ਆਪਣਾ ਪ੍ਰੋਫੈਸ਼ਨ ਬਣਾਉਣਾ, ਜਿਵੇਂ ਮੰਨ ਲਓ ਡਾਕਟਰ ਇੰਜੀਨੀਅਰ ਇਹ ਇੱਕ ਕਿੱਤਾ ਆ, ਤਾਂ ਇਹ ਵੀ ਇੱਕ ਕਿੱਤਾ ਹੈ ਨਾ। ਹਾਂਜੀ ਹਾਂਜੀ। ਤਾਂ ਇਹਦਾ ਕੀ ਸਕੋਪ ਹੋ ਸਕਦਾ ਹੈ, ਜਿਵੇਂ ਤੁਸੀਂ ਆਪਣਾ ਗੁਜ਼ਾਰਾ ਕਰ ਸਕਦੇ ਹੋ ਇਹਦੇ ਨਾਲ? ਹਾਂ ਜੀ, ਜੇ ਤੁਹਾਡਾ ਕੰਮ ਵਧੀਆ ਜੀ, ਤੁਹਾਡੀ ਪ੍ਰੋਫਾਈਲ ਵਧੀਆ ਬਣੀ ਹੋਈ ਹੈ ਜੀ, ਤਾਂ ਅੱਗੇ ਤੁਹਾਨੂੰ ਬਾਹਰੋਂ ਕੰਮ ਵਧੀਆ ਮਿਲ ਰਿਹਾ ਜੀ। ਹਾਲੇ ਵੀ ਮੇਰੇ ਨਾਲ ਦੇ ਬਹੁਤ ਮੁੰਡੇ ਕਰ ਰਿਹਾ ਜੀ। ਅੱਛਾ। ਤੇ ਉਹਨਾਂ ਦਾ ਵਿਕਦਾ ਜੀ ਡਾਲਰਾਂ ਦੇ ਹਿਸਾਬ ਨਾਲ ਵਿਕਦਾ ਜੀ, $50-60 ਜੀ ਪੋਰਟਰੇਟ ਦੇ। ਅੱਛਾ। ਹਾਂਜੀ। ਤੇ ਆਪਣੇ ਇੱਧਰ ਪੰਜਾਬ 'ਚ ਦੇ ਦਿੰਦੇ ਨੇ ਲੋਕੀ ਪੈਸੇ? ਨਹੀਂ, ਪੰਜਾਬ 'ਚ ਘੱਟ ਹੈ ਜੀ ਹਾਲੇ। ਪੰਜਾਬ 'ਚ ਦੇ ਦਿੰਦੇ ਆ ਜੀ, ਪਰ ਬਹੁਤ ਘੱਟ ਹੈ ਜੀ। ਤੇ ਇੱਕ ਸਕੈਚ, ਜਿਵੇਂ ਮੰਨ ਲਓ ਵੀ ਤੁਸੀਂ ਆਹ ਸਕੈਚ ਬਣਾਇਆ, ਕੋਈ ਵੀ ਸਕੈਚ ਆ ਹਨਾ? ਹਾਂਜੀ ਹਾਂਜੀ। ਕਿੰਨਾ ਕੁ ਟਾਈਮ ਲੈਂਦਾ ਇਹ ਵੀ ਇਹਦੇ ਵਿੱਚ ਕੋਈ ਸਟੈਪ ਹੁੰਦੇ ਨੇ ਵੀ, ਜਿਵੇਂ ਕਿੱਥੋਂ ਸ਼ੁਰੂ ਕਰਨਾ ਆ? ਅਗਰ ਕਿਸੇ ਦਾ ਤੁਸੀਂ ਮੰਨ ਲਓ ਇਹ ਵੀ ਜਿਵੇਂ ਪੋਰਟਰੇਟ ਬਣਾਉਣਾ ਹਨਾ, ਹਾਂਜੀ ਹਾਂਜੀ, ਇਹਨੂੰ ਕਿੱਥੋਂ ਇਹਦੀ ਸ਼ੁਰੂਆਤ ਕਰਨੀ ਆ, ਫਿਰ ਸਟੈਪਸ ਹੁੰਦੇ ਨੇ ਇਹਦੇ, ਜਾਂ ਕਿਵੇਂ ਬਣਾਉਣੇ? ਸਾਨੂੰ ਥੋੜਾ ਦੱਸੋ ਇਹਨਾਂ ਚੀਜ਼ਾਂ ਬਾਰੇ। ਮੰਨ ਲਓ ਵੀ ਤੁਸੀਂ ਇਹਨੂੰ ਹੀ ਐਕਸਪਲੇਨ ਕਰਨਾ ਹੋਵੇ। ਹਾਂਜੀ ਹਾਂਜੀ। ਪਹਿਲਾਂ ਤਾਂ ਮੈਂ ਇਹਨੂੰ ਡਰਾ ਕਰਦਾ ਜੀ ਕੱਚੀ ਪੈਨਸਲ ਨਾਲ ਹੀ, ਰੱਫ ਹੌਲੀ ਹੌਲੀ, ਤੇ ਮੈਂ ਸਟਾਰਟ ਤਾਂ ਉੱਪਰ ਹੀ ਕਰਦਾ ਹੁੰਦਾ ਜੀ। ਬਾਕੀ ਮੂਡ ਤੇ ਡਿਪੈਂਡ ਹੁੰਦਾ ਜੀ, ਜਿੱਥੋਂ ਕੇਰਾਂ ਡਰਾ ਹੋ ਗਿਆ ਜੀ, ਜਿਹੜਾ ਤੁਹਾਨੂੰ ਜੀ ਕਰਦਾ ਜੀ ਉੱਥੇ ਤੁਸੀਂ ਬਣਾ ਸਕਦੇ ਜੀ। ਅੱਛਾ। ਤੇ ਮੈਂ ਉੱਪਰ ਹੀ ਸਟਾਰਟ ਕਰਦਾ ਹੁੰਦਾ ਜੀ, ਠੀਕ ਹੈ, ਉੱਪਰ ਤੋਂ ਹੌਲੀ ਹੌਲੀ ਨੀਚੇ। ਅੱਛਾ। ਤੇ ਇੱਕੋ ਹੀ ਸਿਟਿੰਗ ਦੇ ਵਿੱਚ ਪੋਰਟਰੇਟ ਬਣ ਜਾਂਦਾ ਵੀ, ਜਾਂ ਕਿੰਨਾ ਟਾਈਮ ਲੈਂਦਾ ਇੱਕ ਪੋਰਟਰੇਟ ਤਿਆਰ ਹੋਣ ਦੇ ਲਈ? ਨਹੀਂ, ਸਿਟਿੰਗ ਤਾਂ ਆਪਣੇ ਤੇ ਡਿਪੈਂਡ ਆ ਜੀ। ਮਤਲਬ ਮੈਂ ਤਾਂ ਇਹਨੂੰ ਮੰਨਦਾ ਵੀ ਮੂਡ ਤੇ ਹੁੰਦਾ ਸਾਰਾ ਕੁਝ। ਅੱਛਾ। ਤੇ ਮੈਂ ਤਾਂ ਜਿਵੇਂ ਇਹ ਨੇ ਜੀ, ਜਿਵੇਂ ਇਹ ਹੈ ਜੀ। ਅੱਛਾ, ਬੱਚੇ ਵਾਲਾ? ਹਾਂਜੀ ਹਾਂਜੀ। ਇਹਨੂੰ ਐ ਨਹੀਂ ਪਤਾ ਮੈਂ ਹਫ਼ਤੇ 'ਚ ਕੰਪਲੀਟ ਕੀਤਾ ਹੋਵੇ ਜੀ। ਅੱਛਾ। ਹਾਂ ਜੀ। ਤੇ ਉਹ ਜੇ ਆਪਾਂ ਲਗਾਤਾਰ ਕਰੀਏ ਤਾਂ 3 ਦਿਨਾਂ 'ਚ A3 ਸਾਈਜ਼ ਦਾ ਬਣ ਜਾਂਦਾ ਜੀ। ਇਹ ਜਿੱਦਾਂ ਬਿੰਦਰ ਕੇ ਸਾਹਿਬ? ਹਾਂਜੀ ਹਾਂਜੀ, 3 ਦਿਨਾਂ 'ਚ। 3 ਦਿਨਾਂ ਦੇ ਵਿੱਚ? ਹਾਂਜੀ। ਤੇ ਜਿਵੇਂ ਇਹਦੇ ਵਿੱਚ ਆਪਾਂ ਹੁਣ ਜਿਵੇਂ ਆ ਇੱਕ ਬਜ਼ੁਰਗ ਦੀ ਫੋਟੋ ਆ ਹਨਾ? ਹਾਂਜੀ ਹਾਂਜੀ। ਤੇ ਇਹ ਸ਼ਾਇਦ ਹੀ ਕੋਈ ਦੇਖ ਕੇ ਜੱਜ ਕਰ ਸਕੇ ਵੀ ਇਹ ਇੱਕ ਪੈਨਸਲ ਪੋਰਟਰੇਟ ਆ, ਜਾਂ ਫਿਰ ਕਿਸੇ ਨੇ ਕੈਮਰੇ ਦੇ ਨਾਲ ਕੋਈ ਪਿਕਚਰ ਕਲਿੱਕ ਕੀਤੀ ਹੋਈ ਆ ਹਨਾ? ਹਾਂਜੀ ਹਾਂਜੀ। ਇੰਨੀ ਕਲੈਰਿਟੀ, ਇੰਨੀ ਡਿਟੇਲਿੰਗ, ਇਹਦੇ ਲਈ ਸਾਨੂੰ ਦੱਸੋ ਵੀ ਕੀ ਕਰਦੇ ਹੋ ਤੁਸੀਂ? ਵੀ ਜਿਵੇਂ ਉਹ ਝੁਰੜੀਆਂ ਵੀ ਉਹਨਾਂ ਦੀਆਂ ਹੰਝੂ ਛਲਕਦੇ ਨੇ, ਉਹ ਵੀ ਹਰ ਇੱਕ ਚੀਜ਼ ਸਾਫ਼ ਦਿਸ ਰਹੀ ਆ। ਉਦੋਂ ਐਂ ਹੁੰਦਾ ਸੀਗਾ ਵੀ ਅੰਕਲ ਦੱਸਦੇ ਹੁੰਦੇ ਵੀ ਜਿਵੇਂ ਕੋਈ ਚੀਜ਼ ਬਣਾਉਣੀ ਹੈ ਜੀ, ਕੋਈ ਵੀ ਤੁਸੀਂ, ਵੀ ਰੱਬ ਨਾ ਬਣਾ ਕੇ ਛੱਡੋ ਉਹਨੂੰ ਵੀ ਹਰ ਇੱਕ ਨਾਲ ਮੈਚਿੰਗ ਕਰਦੀ ਹੋਵੇ, ਵੀ ਅਗਲਾ ਕਹਿੰਦੇ ਵੀ ਚੱਲ ਸਕੈਚ ਹੀ ਬਣਾਇਆ ਹੋਇਆ, ਵੀ ਉਹਦੇ ਵਿੱਚ ਇੱਕ ਹੀ ਚੀਜ਼ ਬਣਾਓ ਵੀ ਨਾ ਤਾਂ ਤੁਸੀਂ ਦੂਰੀ ਵਾਰ ਬਣਾ ਸਕੋ ਉਹਨੂੰ, ਵੀ ਉਹਦੇ ਵਿੱਚ ਜਾਨ ਪਾਉਣੀ ਹੈ। ਉਹ ਚੀਜ਼ ਨਾਲ ਫਿਰ ਮੈਂ ਉਹਦੇ ਲੱਗਦਾ ਰਹਿੰਦਾ ਜੀ, ਡਿਟੇਲ ਪਾਉਂਦਾ ਰਹਿੰਦਾ ਜੀ, ਇਹ ਬਣ ਜਾਂਦੀ ਹੈ। ਜਿਵੇਂ ਕਿਸੇ ਦੇ ਨਕਸ਼ ਉਭਾਰਨੇ ਨੇਗੇ, ਅੱਖਾਂ 'ਚ ਚਮਕਾ, ਜਾਂ ਮੈਂ ਦੇਖਿਆ ਸੀਗਾ ਇੱਕ ਕਿਸੇ ਦੀ ਤੁਸੀਂ ਵੀ, ਜਿਵੇਂ ਉਹਨਾਂ ਨੇ ਐਨਕਾਂ ਲਾਈਆਂ ਹੋਈਆਂ ਸੀ, ਤੇ ਐਨਕਾਂ ਦੇ ਵਿੱਚੋਂ ਦੀ ਵੀ ਜੋ ਰਿਫਲੈਕਸ਼ਨ ਦਿਸ ਰਹੀ ਸੀ, ਉਹ ਵੀ ਐਗਜ਼ੈਕਟ ਉਹੀ ਤੁਸੀਂ ਡਰਾ ਕੀਤੀ ਸੀ ਨਾ। ਇਹ ਵਾਲੀਆਂ ਚੀਜ਼ਾਂ, ਜਿਵੇਂ ਕਿਸੇ ਦੇ, ਜਿਵੇਂ ਅਮਰਿੰਦਰ ਗਿੱਲ ਹੋਰਾਂ ਦਾ ਪੋਰਟਰੇਟ ਆ, ਉਹਨਾਂ ਦੇ ਬਿਲਕੁਲ ਨਕਸ਼ ਤਾਂ ਉੱਭਰੇ ਹੋਏ ਨੇਗੇ, ਤੇ ਇਹ ਕਿਵੇਂ ਹੁੰਦਾ, ਜਾਂ ਕਿੰਨਾ ਕੁ ਟਾਈਮ ਲੱਗ ਜਾਂਦਾ ਇਹਨਾਂ ਨੂੰ? ਇਹਨਾਂ ਤੇ ਐਕਚੁਅਲੀ ਤਾਂ ਵੀ ਫੋਟੋ ਤੇ ਡਿਪੈਂਡ ਕਰਦਾ ਜੀ। ਫੋਟੋ HD ਹੈ ਤਾਂ ਤੁਸੀਂ ਸਾਰੀ ਡਿਟੇਲ ਸੇਮ ਟੂ ਸੇਮ ਪਾ ਸਕਦੇ ਹੋ। ਅੱਛਾ। ਜੇ ਫੋਟੋ ਹੀ ਤੁਹਾਡੀ ਪਿਕਸਲ ਘੱਟ ਆਈ ਤਾਂ ਫਿਰ ਉਹਦੇ ਵਿੱਚ ਡਿਟੇਲ ਘੱਟ ਪੈਂਦੀ ਹੈ। ਅੱਛਾ। ਇਹ ਸਾਰੇ ਫੋਟੋ ਦੇਖ ਕੇ ਡਰਾ ਕੀਤੇ ਹੋਏ? ਹਾਂਜੀ ਹਾਂਜੀ, ਇਹ ਸਾਰੇ ਫੋਟੋ ਦੇਖ ਕੇ ਕੀਤੇ ਹੋਏ। ਤੁਸੀਂ ਕਦੇ ਕਿਸੇ ਨੂੰ ਇਦਾਂ ਲਾਈਵ ਡਰਾ ਕੀਤਾ ਵੀ, ਜਿਵੇਂ ਮੰਨ ਲਓ ਮੈਂ ਸਾਹਮਣੇ ਬੈਠੀ ਹਾਂ ਤੇ ਤੁਸੀਂ ਡਰਾ ਕਰੋ? ਕੀਤਾ ਹੀ, ਮੈਂ 2016 ਚ ਕੀਤਾ ਸੀ ਕੰਮ ਜੀ, ਲੁਧਿਆਣੇ। ਅੱਛਾ ਜੀ। ਤੇ ਜਿੱਦਾਂ ਫੋਟੋ ਦੇਖ ਕੇ ਪੋਰਟਰੇਟ ਡਰਾ ਕਰਨਾ, ਕਿਸੇ ਨੂੰ ਲਾਈਵ ਸਕੈਚ ਬਣਾਉਣਾ ਕਿਸੇ ਦਾ, ਉਹਦੇ ਚ ਕੀ ਡਿਫਰੈਂਸ ਹੁੰਦਾ? ਕਿੰਨਾ ਕੁ ਟਾਈਮ ਲੱਗਦਾ? ਉਹ 20 ਮਿੰਟਾਂ ਦਾ ਹੁੰਦਾ ਜੀ ਕੰਮ ਜੀ। ਅੱਛਾ। ਤੇ 20 ਮਿੰਟਾਂ 'ਚ ਆਪਾਂ ਬਣਾ ਸਕਦੇ ਹਾਂ ਜੀ। ਤੇ ਉਹਦੇ ਵਿੱਚ ਮੈਨੂੰ ਲੱਗਿਆ ਨਹੀਂ ਗਾ ਵੀ
ਵੀ ਅਗਲਾ ਜਿਵੇਂ ਹੁਣ ਇਹ ਚੀਜ਼ ਆ ਜੀ, ਜੇ ਅਗਲਾ ਇੱਕ ਜਿਵੇਂ ਇਹ ਬਾਹਰੋਂ ਬਣਾਈ ਹੋਈ ਆ ਜੀ, ਇਹਨਾਂ ਦੀ ਲੱਗੂਗੀ ਇਹ ਯਾਦ ਰੱਖਣਗੇ ਜੀ, ਹਾਂ ਤੇ ਇਹਦੀ ਕੀਮਤ ਵੀ ਹੈਗੀ ਸੀਗੀ, ਅੱਛਾ ਤੇ ਉਹ ਰੱਬ ਜਦ ਸੋਹਣਾ ਹੀ ਲੱਗਦਾ, ਕਿਸੇ ਹੱਦ ਤੱਕ ਉਹ ਬੰਦਾ ਡੇਗ ਹੀ ਦਿੰਦਾ ਉਹਨੂੰ ਜੀ ਬਾਅਦ 'ਚ ਹੀ। ਹਾਂ ਜਿਵੇਂ ਇਹਦੇ ਚ ਪੂਰੀ ਡਿਟੇਲਿੰਗ ਆਈ ਹੋਈ ਆ, ਉਹਦੇ ਚ ਸ਼ਾਇਦ ਉਹ ਮੌਕੇ ਤੇ ਉਨੀਆਂ ਚੀਜ਼ਾਂ ਨਹੀਂ detail ਹਾਂਜੀ ਕੀਤੀਆਂ ਹਾਂਜੀ, ਉਦੋਂ ਜਾਂਦੀਆਂ। ਡਿਟੇਲ ਨਹੀਂ ਹੁੰਦੀ, ਉਹ ਤਾਂ ਬਸ ਇਕੱਲਾ ਹੀ ਲਿਪਸ ਆਈਸ ਤੇ ਨੋਜ਼ ਦਾ ਮੈਚਿੰਗ ਜੀ ਕਰਕੇ ਬਸ ਉਹ ਹੁੰਦਾ ਜੀ। ਤੇ ਪੰਜਾਬ ਦੇ ਆਪਾਂ ਜੇ ਆਪਣੇ ਇੱਥੇ ਪੰਜਾਬ ਦੀ ਗੱਲ ਕਰੀਏ ਤਾਂ ਪੈਨਸਲ ਆਰਟ ਨੂੰ ਕਿੰਨਾ ਸਕੋਪ ਆ ਵੀ? ਪੰਜਾਬ 'ਚ ਤਾਂ ਬਹੁਤ ਘੱਟ ਹੈ ਜੀ। ਫਿਰ ਤੁਸੀਂ ਕੀ ਸੋਚਿਆ ਹੋਇਆ ਆਪਣੇ ਬਾਰੇ? ਮੈਂ ਤਾਂ ਹੀ ਦੂਜੀ ਲਾਈਨ ਯੂਜ਼ ਕੀਤੀ ਸੀ, ਯੂਜ਼ ਕੀਤੀ ਸੀਗੀ ਟੈਟੂ ਦੀ। Tattoos ਦੀ। ਇਹਦਾ ਹੁਣ ਚੱਲ ਰਿਹਾ ਟ੍ਰੈਂਡ ਹੀ, ਅੱਛਾ ਇਨਕਮ ਹੈਗੀ ਹੈ ਇਹਦੀ, ਅੱਛਾ ਤੇ ਹੌਲੀ ਹੌਲੀ ਫਿਰ ਮੈਂ ਇੱਧਰੋਂ ਉੱਧਰ ਜਾ ਰਿਹਾ ਜੀ ਅੱਛਾ। ਟੈਟੂ ਵਾਲੀ ਲਾਈਨ 'ਚ। ਮੈਂ ਇਹ ਵੀ ਸੁਣਿਆ ਸੀਗਾ ਵੀ ਤੁਸੀਂ ਬ੍ਰਾਜ਼ੀਲ ਜਾ ਕੇ ਵੀ ਕੁਝ ਸਿੱਖਣਾ ਚਾਹੁੰਦੇ ਹੋ, ਪੈਨਸਲ ਆਰਟ ਸੀਗੀ ਜਾਂ ਉਹ ਫਿਰ ਟੈਟੂ ਟੈਟੂ ਦੀ ਸੀਗੇ? ਟੈਟੂ ਦੀ ਹੈ ਜੀ, ਹਾਂ ਜੀ। ਤੇ ਉਹ ਕਿਤੇ ਤੱਕ ਪਹੁੰਚਿਆ ਕੰਮ? ਉਹ ਚੱਲ ਰਿਹਾ ਹਾਲੇ ਪ੍ਰੋਸੈਸ ਹੀ, ਅੱਛਾ ਜਾਵਾਂਗੇ ਜੀ ਕਦੇ ਤਾਂ ਜਾਵਾਂਗੇ ਜੀ। ਹਾਂਜੀ, ਬਿਲਕੁਲ। ਤੇ ਬ੍ਰਾਜ਼ੀਲ ਹੀ ਕਿਉਂ? ਉੱਥੇ ਆਰਟਿਸਟ ਵਧੀਆ ਜੀ, ਉਹਨਾਂ ਦਾ ਕੰਮ ਸੋਹਣਾ ਵਧੀਆ ਲੱਗਦਾ ਮੈਨੂੰ ਜੀ। ਅੱਛਾ ਜੀ। ਹਾਂਜੀ। ਤੇ ਪੰਜਾਬ 'ਚ ਆਪਣੇ ਜਿਹੜੇ ਹੋਰ ਪੈਨਸਲ ਆਰਟ ਕਰਦੇ ਨੇ ਜਾਂ ਆਰਟਿਸਟ ਨੇਗੇ, ਉਹਨਾਂ ਬਾਰੇ ਸਾਨੂੰ ਦੱਸੋ, ਕਿਉਂਕਿ ਸਾਡੇ ਲਈ ਬਿਲਕੁਲ ਨਵਾਂ ਫੀਲਡ ਆ ਇਹ। ਮੈਂ ਥੋੜੇ ਬੰਦਿਆਂ ਨਹੀਂ ਜਾਣਦਾ ਜਿਹੜੇ ਮੇਰੇ ਨਾਲ ਪ੍ਰੋਫਾਈਲ ਤੇ ਇੰਸਟਾ ਤੇ ਜੀ। ਮੁੰਡਾ ਇੱਧਰੋਂ ਹੁਸ਼ਿਆਰਪੁਰ ਤੋਂ ਆਈ, ਸਨੀ ਸੋਲ ਜੀ, ਅੱਛਾ ਬਹੁਤ ਸੋਹਣਾ ਕੰਮ ਕਰਦਾ ਜੀ। ਠੀਕ ਹੈ। ਬਠਿੰਡੇ ਏਰੀਏ ਤੋਂ ਵੀ ਨੇ ਹੈਗੇ ਮੁੰਡੇ ਜੀ, ਹੂੰ ਤੇ ਡਿਟੇਲ ਵਾਲਾ ਕੰਮ ਬਹੁਤ ਸੋਹਣਾ ਕਰਦੇ ਆ ਉਹ ਜੀ, ਅੱਛਾ। ਤੇ ਉਹਨਾਂ ਦੇ ਵਧੀਆ ਪ੍ਰੋਫਾਈਲਾਂ ਬਣੀਆਂ ਹੋਈਆਂ ਨੇ, ਇਨਕਮ ਹੈਗੀ ਹੈ ਜੀ, ਸਪੈਸ਼ਲੀ ਉਹ ਇਹ ਕੰਮ ਕਰਦੇ ਆ ਜੀ। ਜਿਵੇਂ ਅਸੀਂ ਹਰ ਆਰਟਿਸਟ ਨੂੰ ਪੁੱਛਦੇ ਆ, ਮੰਨ ਲਓ ਵੀ ਕੋਈ ਗਵਈਆ ਜਾਂ ਗੀਤਕਾਰ ਆ, ਹਨਾ, ਹਾਂਜੀ ਹਾਂਜੀ ਵੀ ਕੋਈ ਅਦਾਕਾਰ ਆ, ਅਸੀਂ ਉਹਨਾਂ ਨੂੰ ਹਮੇਸ਼ਾ ਪੁੱਛਦੇ ਆ ਵੀ ਤੁਹਾਡਾ ਕੀ ਸੰਘਰਸ਼ ਆ। ਹਾਂਜੀ ਤਾਂ ਜੋ ਇਸ ਫੀਲਡ ਦੇ ਲੋਕ ਨੇ, ਪੈਨਸਲ ਆਰਟ ਕਰਦੇ ਨੇ ਜਾਂ ਪੈਨਸਲ ਆਰਟਿਸਟ ਨੇ, ਹਾਂਜੀ ਹਾਂਜੀ। ਤਾਂ ਉਹਨਾਂ ਦਾ ਕੀ ਸਟਰਗਲ ਰਹਿੰਦਾ? ਮੋਸਟਲੀ ਮੈਂ ਦੇਖਿਆ ਜੀ, ਮੇਰੇ ਨਾਲ ਹੈਗੇ ਆ 3-4 ਮੁੰਡੇ ਜੀ, ਅੱਛਾ ਤੇ ਉਹ ਗਰੀਬ ਘਰ ਦੇ ਹੁੰਦੇ ਆ ਜੀ ਉਹ ਜੀ, ਅੱਛਾ। ਤੇ ਉਹ ਸਟਾਰਟ ਕਰਦੇ ਆ ਜੀ, ਹੂੰ ਜਿਹਦਾ ਮਤਲਬ ਪ੍ਰੋਫਾਈਲ ਬਣ ਜਾਂਦੀ ਹੈ, ਜਿਵੇਂ ਕੰਮ 'ਚ ਨਿਖਾਰ ਆ ਜਾਂਦਾ ਜੀ, ਹੂੰ ਉਹਦਾ ਇਨਕਮ ਦਾ ਸਾਧਨ ਵਧੀਆ ਹੋ ਜਾਂਦਾ ਜੀ। ਅੱਛਾ। ਜਿੱਦਾਂ ਮੰਨ ਲਓ ਵੀ ਤੁਸੀਂ ਕਿਹਾ ਵੀ ਗਰੀਬ ਘਰੋਂ ਹੁੰਦੇ ਨੇ, ਹਾਂਜੀ, ਹਾਂਜੀ। ਆਪਣਾ ਲੱਗੇ ਰਹਿੰਦੇ ਨੇ, ਹੌਲੀ ਹੌਲੀ ਮਤਲਬ ਫਾਈਨੈਂਸ਼ਲੀ ਫਿਰ ਉਹ ਵਧੀਆ ਹੋ ਜਾਂਦੇ ਨੇ। ਹਾਂਜੀ ਹਾਂਜੀ ਮੰਨ ਲਓ ਇੱਕ ਗਾਇਕ ਨੇ ਗਾਣਾ ਕੱਢਣਾ ਵਾ, ਜਿਹਦੇ ਹਾਂਜੀ। ਕੋਲੇ ਘਰੋਂ ਪੈਸੇ ਵਧੀਆ ਹੈਗੇ ਨੇ, ਤਾਂ ਉਹ ਲਾ ਕੇ ਬੜੀ ਆਰਾਮ ਨਾਲ ਆ ਜਾਂਦਾ, ਹਨਾ। ਹੁਣ ਹਾਂਜੀ, ਜਿਹੜਾ ਆਪਣੇ ਵਰਗਾ ਸਰ ਤੇ ਸੌਂਦੇ ਘਰੋਂ ਆ, ਉਹਨੂੰ ਟਾਈਮ ਲੱਗੂਗਾ। ਤਾਂ ਇਸ ਕਿੱਤੇ ਦੇ ਵਿੱਚ ਪੈਸੇ ਦਾ ਕੀ ਰੋਲ ਆ? ਵੀ ਜੇ ਤੁਸੀਂ ਘਰੋਂ ਵਧੀਆ ਤਾਂ ਤੁਸੀਂ ਬਹੁਤ ਛੇਤੀ ਸਕਸੈਸਫੁਲ ਨਹੀਂ, ਹੋ ਜਾਂਦੇ? ਸਿੱਖਣ ਦਾ ਨਹੀਂ ਹੈਗਾ ਜੀ ਪੈਸੇ ਨਾਲ ਹੀ, ਅੱਛਾ ਪਰ ਐ ਵੀ ਜਿਹਲੇ ਪੈਸਾ ਹੁੰਦਾ ਉਹਨੂੰ ਤਾਂ ਕਰਨ ਦੀ ਲੋੜ ਹੀ ਨਹੀਂ ਹੁੰਦੀ, ਉਹ ਤਾਂ ਬਹੁਤ ਘੱਟ ਹੀ ਲੋਕ ਹੁੰਦੇ ਆ ਜੀ। ਅੱਛਾ। ਤੇ ਜਿਹਨੂੰ ਹੁੰਦਾ ਹੀ ਸ਼ੌਂਕ ਜੀ, ਉਹ ਆਪਦਾ ਕਮਾਈ ਦਾ ਸਾਧਨ ਵੀ ਬਣਾ ਲੈਂਦਾ ਇਹਨੂੰ ਜੀ। ਠੀਕ ਹੈ। ਤੇ ਮੈਂ ਦੇਖਿਆ ਵੀ ਜਿਵੇਂ ਬਹੁਤ ਸੋਸ਼ਲ ਪੋਰਟਰੇਟ ਵੀ ਤੁਸੀਂ ਬਣਾਏ ਹੋਏ ਨੇਗੇ, ਹਾਂਜੀ ਹਾਂਜੀ। ਸਾਨੂੰ ਦੱਸੋ ਕੁਛ ਉਹਨਾਂ ਬਾਰੇ ਵੀ। ਇੱਕ ਆਰਟਿਸਟ ਦੀ ਕੀ ਸੋਚ ਹੁੰਦੀ ਆ, ਕਿਉਂ ਤੁਸੀਂ ਮੰਨ ਲਓ ਵੀ ਇਸ ਚੀਜ਼ ਬਾਰੇ ਮੈਂ ਪੁੱਛਣਾ ਹੋਵੇ ਵੀ ਤੁਸੀਂ ਇਹਨੂੰ ਹੀ ਕਿਉਂ ਚੂਜ਼ ਕੀਤਾ? ਇਹ ਤੁਸੀਂ ਕੀ ਉਦੋਂ ਕੀ ਥਾਟ ਚੱਲ ਰਹੇ ਸੀਗੇ ਜਦੋਂ ਤੁਸੀਂ ਇਹਨੂੰ ਬਣਾਇਆ ਸੀਗਾ? ਇਹਦਾ ਤਾਂ ਹੁਣ ਮੇਰੇ ਯਾਦ ਨਹੀਂ, ਉਹਦਾ ਹੈਗਾ ਜੀ ਆ ਜਿਹੜਾ ਉਹ ਪ੍ਰੇਮ ਵਾਲਾ ਜੀ, ਅੱਛਾ ਤੇ ਉਹਦਾ ਐਵੇਂ ਸੀਗਾ ਵੀ ਮਤਲਬ ਆਪਣੇ ਭਿਖਾਰੀ ਬੱਚੇ ਹੁੰਦੇ ਆ ਜਿਹੜੇ ਮੰਗਤੇ ਹੁੰਦੇ ਆ ਹਨਾ ਜੀ, ਤੇ ਉਹਨਾਂ ਦਾ ਸੀਗਾ, ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਜੀ। ਤੇ ਜਿੱਥੇ ਤੱਕ ਮੈਨੂੰ ਲੱਗਦਾ ਹੁੰਦਾ ਵੀ ਕਿਸੇ ਦਾ ਮਜਬੂਰੀ ਨਹੀਂ ਮੰਗਦੇ ਹੁੰਦੇ ਹਨਾ ਜੀ, ਤੇ ਉਹਦਾ ਮੈਨੂੰ ਐ ਸੀਗਾ ਵੀ ਉਹ ਉੱਪਰ ਨੂੰ ਕਰੀ ਖੜਾ ਹਨਾ ਜੀ, ਲੋਕ ਪਿੱਛੋਂ ਦੀ ਲੰਘ ਰਿਹਾ ਉਹਦੇ, ਤੇ ਉਹਦਾ ਐ ਸੀਗਾ ਵੀ ਜੇ ਤੁਸੀਂ ਮੰਗਣਾ ਜੀ ਤਾਂ ਰੱਬ ਤੋਂ ਹੀ ਮੰਗੋ ਜੀ। ਅੱਛਾ। ਤੇ ਲੋਕਾਂ ਕਣੀ ਘੱਟ ਹੀ ਰੱਖੋ ਅਸੀਂ। ਤੇ ਜਿਹੜੇ ਜਿਵੇਂ ਤੁਸੀਂ ਆਰਟਿਸਟਾਂ ਦੇ ਬਣਾਏ ਹੋਏ ਨੇਗੇ, ਹਾਂਜੀ ਹਾਂਜੀ ਇਹ ਆ ਵੀ ਮੈਂ ਦੇਖ ਰਹੀ ਸੀ ਵੀ ਸਰਤਾਜ ਸਾਹਿਬ ਉਹਨਾਂ ਨੇ ਆਪਦੇ ਨਾਮ ਲਿਖਿਆ ਹੋਇਆ ਤੁਹਾਡੇ ਨਾਮ, ਹਾਂਜੀ ਹਾਂਜੀ। ਇਹ ਤੁਸੀਂ ਉਹਨਾਂ ਨੂੰ ਭੇਜਦੇ ਹੋ ਤੇ ਉਹਨਾਂ ਵੱਲੋਂ ਕੁਝ ਰਿਸਪੌਂਸ ਮਿਲਦਾ ਤੁਹਾਨੂੰ? ਨਹੀਂ, ਉਹ ਜਦੋਂ ਅਸੀਂ ਗਏ ਸੀ 24 ਫਰਵਰੀ ਸੀਗੀ ਉਦੋਂ ਹੀ, ਅੱਛਾ ਜੀ। ਤੇ ਉਦੋਂ ਸਰਤਾਜ ਸਾਹਿਬ ਦਾ ਸ਼ੋਅ ਸੀ ਪਟਿਆਲੇ, ਅੱਛਾ ਜੀ। ਤੇ ਉਹ ਸਰਸ ਮੇਲਾ ਸੀ ਸ਼ਾਇਦ ਉਦੋਂ ਜੀ, ਅੱਛਾ ਜੀ। ਤੇ ਉਤੋਂ ਭੀੜ ਜ਼ਿਆਦਾ ਸੀਗੀ, ਤੇ ਸਾਨੂੰ ਲੱਗਿਆ ਵੀ ਇੱਥੇ ਤਾਂ ਨਹੀਂ ਮਿਲਣੇ ਜੀ, ਫਿਰ ਅਸੀਂ ਬਾਗੇ ਸੀਗੇ ਉਹਨਾਂ ਦੇ ਘਰੇ ਰਾਤ ਨੂੰ ਜੀ, ਅੱਛਾ ਤੇ ਅਸੀਂ ਉੱਥੇ ਰੋਟੀ ਖਾ ਕੇ ਬੈਠੇ ਰਹੇ ਜੀ 10 ਵਜੇ ਤੋਂ ਬਾਅਦ ਜੀ, ਅੱਛਾ ਇਹ ਸਾਨੂੰ ਮਿਲੇ ਜੀ ਰਾਤ ਨੂੰ 1 ਵਜੇ ਜੀ। ਅੱਛਾ। 1 ਵਜੇ ਤੱਕ ਅਸੀਂ ਠੰਡ 'ਚ ਬੈਠੇ ਰਹੇ ਜੀ, ਅੱਛਾ। ਤੇ ਲੱਗਿਆ ਵੀ ਸੀਗਾ ਵੀ ਚਲੋ ਚੱਲ ਗਏ ਯਾਰ, ਹੁਣ ਤਾਂ ਬਹੁਤ ਹੋ ਗਿਆ ਵੀ ਨਹੀਂ ਆਉਣਾ ਕਿਤੇ ਬਾਹਰ ਨੂੰ। ਇਹਨਾਂ ਨੇ ਉਦੋਂ ਕੈਨੇਡਾ ਜਾਣਾ ਸੀਗਾ ਜੀ, ਅੱਛਾ ਜੀ। ਤੇ ਵਧੀਆ ਸੁਭਾਅ ਦੇ ਮਾਲਕ ਆ, ਵਧੀਆ ਮਿਲੇ ਸੀਗੇ ਜੀ, ਹੂੰ ਤੇ ਰੋਟੀ ਪਾਣੀ ਪੁੱਛਿਆ ਜੀ, ਪਰ ਉਦੋਂ ਇਹ ਫਰੇਮ ਨਹੀਂ ਸੀ, ਉਹਨਾਂ ਨੇ ਮੰਗੀ ਵੀ ਸੀਗੀ ਵੀ ਸਾਨੂੰ ਦੇ ਜਾ ਜੀ। ਠੀਕ ਹੈ। ਤੇ ਫਿਰ ਮੈਨੂੰ ਐ ਸੀ ਮੈਂ ਫਰੇਮ ਕਰਾ ਕੇ ਦੂੰਗਾ ਜੀ, ਫਿਰ ਬਾਅਦ 'ਚ ਇੰਨੀ ਵਧੀਆ ਲੱਗਣ ਲੱਗੀ ਮੈਂ ਹੀ ਰੱਖ ਲਈ। ਠੀਕ ਹੈ। ਤੇ
ਜਿਵੇਂ ਪੁੱਛਾਂ ਵੀ ਜਿਵੇਂ ਪੋਰਟਰੇਟ ਦੇ ਮੰਨ ਲਓ ਵੀ ਕਿਸੇ ਨੇ ਤੁਹਾਨੂੰ ਸਪੈਸ਼ਲੀ ਕਿਹਾ ਕਿ ਪੋਰਟਰੇਟ ਬਣਵਾਇਆ ਹੈ ਨਾ ਤਾਂ ਹਾਂਜੀ ਹਾਂਜੀ ਕੀ ਪੈਸੇ ਪੂਸਿਆਂ ਦਾ ਕੀ ਹਿਸਾਬ ਕਿਤਾਬ ਰਹਿੰਦਾ ਉਹਦੇ ਵਿੱਚ? ਵਧੀਆ ਮਿਲ ਜਾਂਦੇ ਨੇਗੇ? ਹਾਂਜੀ ਹਾਂਜੀ ਵਧੀਆ ਮਿਲ ਜਾਂਦੇ ਜੀ। ਤੇ ਬਾਹਰ ਦਾ ਆਇਆ ਵੀ ਜਿਵੇਂ A3 ਸਾਈਜ਼ ਦਾ ਜੀ $50 ਵਾਲਾ ਹੱਸ ਕੇ ਦੇ ਦਿੰਦਾ ਜੀ। ਅੱਛਾ ਕਿਉਂਕਿ ਉੱਧਰ ਆਇਆ ਜੀ ਜਿਹੜਾ ਆਪਣੇ 200 'ਚ ਤਿਆਰ ਹੁੰਦਾ, ਜਿਵੇਂ ਸਕੈਚਿੰਗ ਦੀ ਆਪਾਂ ਪਹਿਲਾਂ ਗੱਲ ਕੀਤੀ ਸੀ 20 ਮਿੰਟ ਵਾਲਾ ਜੀ, ਹਾਂਜੀ ਉਹਦੇ ਉੱਧਰ $80 ਲੈਂਦੇ ਆ ਜੀ। ਅੱਛਾ ਠੀਕ ਹੈ। ਤੇ ਫਿਰ ਅਸੀਂ ਕੁਆਲਿਟੀ ਵਾਲਾ $50 ਦੇ ਰਹੇ ਹਾਂ ਜੀ। ਬਿਜ਼ਨਸਮੈਨ ਹੋਇਆ। ਹਾਂਜੀ ਹਾਂਜੀ। ਤੇ ਇਹ ਪੋਰਟਰੇਟ ਬਣਾਉਣ ਦੇ ਵਿੱਚ ਕੀ ਕੀ ਚੀਜ਼ਾਂ ਲੱਗਦੀਆਂ ਨੇ? ਇੱਕ ਸ਼ੀਟ ਹੁੰਦੀ ਆ ਹਨਾ? ਹਾਂਜੀ ਥੋੜੀ ਜਿਹੀ ਸਮਾਨਤਾ ਜੀ, ਮਤਲਬ ਪੈਨਸਲਾਂ ਜੀ, ਸ਼ੀਟ ਜੀ। ਇਹ ਪੈਨਸਲਾਂ ਵੀ ਕੁਝ ਖਾਸ ਤਰ੍ਹਾਂ ਦੀਆਂ ਹੁੰਦੀਆਂ ਕਿ ਜਿਹੜੀਆਂ ਸਾਡੀਆਂ ਆਮ ਪੈਨਸਲਾਂ ਮੈਂ ਦੇਖੀ ਨਹੀਂ। ਸੀ ਤੇ ਮੇਡ ਇਨ ਜਰਮਨੀ ਲਿਖਿਆ ਹੋਇਆ? ਹਾਂਜੀ ਹਾਂਜੀ ਇਹ ਜਰਮਨ ਦੀਆਂ ਜੀ। ਤੇ ਇਹ ਬਣ ਤਾਂ ਜਿਹੜੀਆਂ ਆਮ ਸਾਡੀਆਂ ਨਾਲ ਵੀ ਆਮ ਜਾਂਦਾ ਜੀ। ਪੈਨਸਲਾਂ ਹੁੰਦੀਆਂ ਨੇ ਉਹਨਾਂ ਹਾਂਜੀ, ਤੋਂ ਅਲੱਗ ਹੁੰਦੀਆਂ ਨੇ? ਉਹਨਾਂ ਤੋਂ ਬਹੁਤ ਅਲੱਗ ਹੈ ਜੀ। ਅੱਛਾ। ਇਹ ਸੌਫਟ ਸ਼ੇਡ ਹੁੰਦੀਆਂ ਜੀ। ਅੱਛਾ ਜੀ। ਮਤਲਬ ਇਹਨਾਂ ਦਾ ਜਿਹੜਾ ਕੋਲਾ ਹੁੰਦਾ ਜੀ ਹੂੰ। ਉਹ ਸੌਫਟ ਹੁੰਦਾ ਜੀ, ਕਿਤੇ ਉਹ ਨਹੀਂ ਕਰਦਾ ਜੀ। ਅੱਛਾ। ਤੇ ਇਹ ਬਾਹਰੋਂ ਆਈਆਂ ਸੀ ਗਿਫਟ ਜੀ। ਅੱਛਾ ਜੀ। ਤੇ ਹੁੰਦੇ ਸਾਰਾ ਇਹ ਬਲੈਕ ਦੇ ਵਿੱਚ ਹੀ ਆ ਜਾਂ ਆ ਥੋੜੇ ਮੈਨੂੰ ਲੱਗਦਾ ਗ੍ਰੇ ਆ, ਇੱਕ ਬਲੈਕ ਆ ਹਨਾ? ਹਾਂਜੀ ਇਹ ਟੋਨ ਦੇ ਹਿਸਾਬ ਨਾਲ ਆ ਜੀ, ਅੱਛਾ ਜੀ ਹਲਕਾ ਡਾਰਕ ਡਾਰਕ ਜੀ। ਠੀਕ ਹੈ। ਹਾਂਜੀ ਤੇ ਇੱਥੇ ਪਰ ਜਿੰਨੇ ਵੀ ਤੁਹਾਡੇ ਦੇਖ ਰਹੇ ਹਾਂ ਜਿਵੇਂ ਸਿਰਫ ਇੱਕ ਮੈਨੂੰ ਲੱਗਦਾ ਜਾਂ ਦੋ ਹੀ ਸੀਗੇ ਜਿਹੜੇ ਕਲਰਡ ਸੀਗੇ ਹਨਾ? ਹਾਂਜੀ ਹਾਂਜੀ। ਇਹ ਰੌਕ ਉਹਨਾਂ ਦਾ ਤੁਸੀਂ ਬਣਾਇਆ ਹੋਇਆ ਤੇ ਬਾਕੀ ਸਾਰੇ ਬਲੈਕ ਐਂਡ ਵਾਈਟ ਹੀ ਨੇ ਤੇ ਕਲਰ ਨਹੀਂ ਤੁਸੀਂ ਕਰਦੇ ਹਨਾ? ਕਲਰ ਮੈਨੂੰ ਲੱਗੇ ਨਹੀਂ ਗਈ ਕਦੇ। ਅੱਛਾ ਮੈਨੂੰ ਐਂ ਸੀਗਾ ਜੀ ਵੀ ਬਲੈਕ ਐਂਡ ਵਾਈਟ ਹੀ ਕਰਨਾ ਜੀ। ਮਤਲਬ ਵੀ ਕਹਿੰਦੇ ਹੁੰਦੇ ਵੀ ਇੱਕ ਆਰਟਿਸਟ ਦਾ ਇੱਕ ਟੇਸਟ ਰਹੇਗਾ ਹਾਂਜੀ ਹਨਾ ਜੀ, ਉਹ ਮੈਨੂੰ ਲੱਗਿਆ ਵੀ ਆਪਾਂ ਪੈਨਸਲ 'ਚ ਹੀ ਕਰਨਾ ਜੀ ਕੰਮ। ਅੱਛਾ ਅੱਛਾ। ਆ ਕੁਝ ਅਲੱਗ ਚੀਜ਼ ਹੈ? ਇਹ ਰੇਜ਼ਰ ਹੈ ਜੀ, ਅੱਛਾ ਇਹ ਡਿਟੇਲ ਪਾਉਣ ਵਾਸਤੇ ਆ ਜੀ। ਠੀਕ ਹੈ। ਇਹਦਾ ਵੱਡੀ ਰੇਜ਼ਰ ਨਾਲ ਡਿਟੇਲ ਪੈਂਦੀ ਨਹੀਂ, ਇਹ ਪੈਨ ਟਾਈਪ ਆਈ ਮੋਨੋ ਜ਼ੀਰੋ ਕਹਿੰਦੇ ਇਹਨੂੰ ਜੀ। ਅੱਛਾ ਹਾਂ ਜੀ। ਠੀਕ ਹੈ। ਇਹ ਪੈਨਸਲਾਂ ਮਤਲਬ ਮਹਿੰਗੀਆਂ, ਜ਼ਿਆਦਾ ਮਹਿੰਗੀਆਂ ਹੁੰਦੀਆਂ ਨੇਗੀਆਂ? ਇਹ ਤਾਂ ਗਿਫਟ ਹੀ ਆਈਆਂ ਸੀ। ਠੀਕ ਹੈ। ਤੇ ਤੁਹਾਡਾ ਹੁਣ ਤੱਕ ਦਾ ਖਾਸ ਜਿਵੇਂ ਤੁਸੀਂ ਕਹੋ ਵੀ ਕੋਈ ਪੋਰਟਰੇਟ ਜਿਹੜਾ ਹੁਣ ਤੱਕ ਤੁਹਾਡੇ ਦਿਲ ਦੇ ਸਭ ਤੋਂ ਨੇੜੇ ਹੋਵੇ ਵੀ ਇਹ ਆ ਪਿਆ ਮੈਨੂੰ ਜੀ ਹਮੇਸ਼ਾ ਨੀਚੇ। ਸਪੈਸ਼ਲ ਲੱਗਦਾ ਹੈ? ਇਹ ਮੈਨੂੰ ਲੱਗਦਾ ਜੀ ਬਹੁਤ ਵਧੀਆ ਜੀ। ਇਹ 'ਚ ਮੈਂ ਡਿਟੇਲ ਪਾਈ ਸੀਗੀ, ਇਹ ਮੈਂ ਬਣਾਇਆ ਸੀ ਮਾਈਕ ਟਾਇਸਨ 15 ਦਿਨਾਂ 'ਚ ਬਣਾਇਆ ਸੀ। 15 ਦਿਨਾਂ ਦਾ? ਹਾਂਜੀ ਅੱਛਾ ਇਹਦੀ ਮੈਨੂੰ ਡਿਟੇਲ ਵਧੀਆ ਲੱਗੀ ਤੇ ਪੀਸ ਵੀ ਵੱਡਾ ਸਾਰਾ ਨਾ ਹੁਣ ਤੱਕ ਇਹੀ ਬਣਾਇਆ ਮੈਂ ਜੀ। ਅੱਛਾ। ਹਾਂਜੀ ਇਹ ਕੀ ਸਾਈਜ਼ ਕੀ ਸਾਈਜ਼ ਰਹਿੰਦੇ ਨੇ ਇਹਨਾਂ ਦੇ ਵਿੱਚ? ਉਹ ਨਾਰਮਲ ਤੇ A3 ਚੱਲਦਾ ਜੀ, ਅੱਛਾ ਜੀ। ਇਹ A2 ਆ ਜੀ। ਅੱਛਾ। ਹਾਂਜੀ ਇਹਨਾਂ ਨੂੰ ਤੁਸੀਂ ਕੀ ਸੋਚ ਕੇ ਚੂਜ਼ ਕੀਤਾ ਸੀ ਵੀ ਮੈਂ ਇਹਨਾਂ ਦਾ ਪੋਰਟਰੇਟ ਕਰਨਾ ਆ? ਇਹ ਮੈਂ ਜਦੋਂ ਅੰਕਲ ਨਾਲ ਵੀ ਜਾਂਦਾ ਹੁੰਦਾ ਸੀ ਉੱਥੇ ਕੋਈ ਮੈਨੂੰ ਮਿਲਿਆ ਸੀਗਾ ਜੀ, ਉੱਥੇ ਉਹ ਕਹਿੰਦੇ ਵੀ ਉਹਨਾਂ ਦਾ ਫੇਵਰੇਟ ਸੀਗਾ ਜੀ ਤੇ ਉਹ ਸੀਗੇ ਫੋਟੋਗ੍ਰਾਫਰ ਜੀ। ਉਹ ਕਹਿੰਦੇ ਵੀ ਇਹ ਨਾ ਚੀਤੇ ਨਾਲ ਪ੍ਰੈਕਟਿਸ ਕਰਦੇ ਹੁੰਦੇ ਸੀ, ਰੈਸਲਰ ਨੇ ਨਾ ਇਹ। ਅੱਛਾ ਜੀ। ਤੇ ਕਾਫੀ ਫਾਈਟਾਂ ਵੀ ਜਿੱਤੀਆਂ ਇਹਨਾਂ ਨੇ ਜੀ, ਠੀਕ ਹੈ। ਸ਼ਾਇਦ 53 ਚੋਂ 46। ਬਾਅਦ ਚ ਜੇਲ੍ਹ ਜੂਲ ਜੀ ਕੱਟ ਕੇ ਆਇਆ ਇਹ। ਅੱਛਾ ਤੇ ਬਾਬਾ ਮੈਨੂੰ ਲੱਗਿਆ ਵੀ ਬਣਾਉਣਾ ਚਾਹੀਦਾ, ਉਹਨਾਂ ਨੇ ਮੈਨੂੰ HD ਫੋਟੋ ਦਿੱਤੀ ਸੀ ਫਿਰ ਇਹਨਾਂ ਦੀ। ਅੱਛਾ ਉਦੋਂ ਮੈਨੂੰ HD ਫੋਟੋ ਮਿਲਦੀ ਨਹੀਂ ਹੁੰਦੀ ਸੀ ਕਿਤੋਂ, ਠੀਕ ਹੈ। ਤੇ ਉਹਨਾਂ ਨੇ ਆਪ ਹੀ ਪ੍ਰਿੰਟ ਕੱਢ ਕੇ ਦਿੱਤਾ ਜੀ, ਫਿਰ ਮੈਂ ਬਣਾ ਕੇ ਉਹਨਾਂ ਨੂੰ ਦਿਖਾ ਕੇ ਵੀ ਆਇਆ ਸੀਗਾ ਜੀ। ਅੱਛਾ ਜੀ। HD ਫੋਟੋ ਇਸ ਕਰਕੇ ਜ਼ਰੂਰੀ ਹੈ ਵੀ ਉਹਦੇ ਵਿੱਚ ਡਿਟੇਲ ਡਿਟੇਲ ਜ਼ਿਆਦਾ ਜ਼ਿਆਦਾ ਹੁੰਦੀ ਪੈਂਦੀ ਹੈ ਹੈ। ਨਾ? ਹਾਂਜੀ ਹਾਂਜੀ। ਤੁਸੀਂ ਮਤਲਬ ਫੋਟੋ ਨੂੰ ਕਿਸ ਮੰਨ ਲਓ ਵੀ ਇਹਨਾਂ ਦਾ ਤੁਸੀਂ ਫੋਟੋ ਦੇਖ ਕੇ ਪੋਰਟਰੇਟ ਬਣਾਇਆ ਤੇ ਹਾਂਜੀ, ਇੱਕ ਹਾਂਜੀ। ਫੋਟੋ ਨੂੰ ਕਿੰਨਾ ਟਾਈਮ ਤੁਸੀਂ ਦੇਖਦੇ ਹੋ ਵੀ ਸਾਰੀਆਂ ਚੀਜ਼ਾਂ ਸਮਝਣ ਦੇ ਲਈ, ਜਾਂ ਫਿਰ ਮਤਲਬ ਫੋਟੋ ਸਾਈਡ ਰੱਖੀ ਤੇ ਤੁਸੀਂ ਦੇਖ ਕੇ ਉਹਨੂੰ ਸਕੈਚ ਤਿਆਰ ਕਰਤਾ? ਨਹੀਂ ਫੋਟੋ ਜਦੋਂ ਕੱਚੀ ਡਰਾ ਹੋ ਜਾਂਦੀ ਹੈ ਜੀ, ਫਿਰ ਸਟੈਪ ਬਾਏ ਸਟੈਪ, ਜਿਵੇਂ ਹੁਣ ਅੱਖ ਤੇ ਆ ਗਈ ਜੀ, ਹੂੰ ਤਾਂ ਅੱਖ ਦੀ ਸਾਰੀ ਪਹਿਲਾਂ ਉੱਥੇ ਦੇਖੀ ਜਾਣਾ ਜੀ ਕੀ ਕੁਛ ਹੈ ਜੀ, ਸਾਰਾ ਕੁਝ ਉਹਦੀ ਅੱਛਾ ਡਿਟੇਲ ਦੇਖ ਕੇ ਫਿਰ ਹੌਲੀ ਹੌਲੀ ਇੱਧਰ ਦੇਣੀ ਜਾਣੀ ਹੈ ਜੀ। ਅੱਛਾ। ਹਾਂਜੀ ਕੁਝ ਹੋਰ ਸਾਨੂੰ ਦੱਸਣਾ ਚਾਹੋਗੇ ਇਸ ਆਰਟ ਬਾਰੇ, ਜਾਂ ਮਤਲਬ ਲੋਕਾਂ ਨੂੰ ਤੁਸੀਂ ਕੁਝ ਕਹਿਣਾ ਚਾਹੋਗੇ ਵੀ ਜਿਵੇਂ ਹਰ ਕਿੱਤਾ ਉਵੇਂ ਸਾਡਾ ਵੀ ਇੱਕ ਕਿੱਤਾ ਤੇ ਇਹਦੇ ਵਿੱਚ ਸਹਿਯੋਗ ਸਾਨੂੰ ਮਿਲਣਾ ਚਾਹੀਦਾ? ਸੰਯੋਗ ਤਾਂ ਹੈ ਵੀ ਬਣਦੀ ਮਿਹਨਤ ਆ ਜਿਹੜੀ ਹੁਣ ਮੁੰਡੇ ਕਰ ਰਿਹਾ ਜੀ, ਕਈ ਜਾਣੇ ਦੱਬ ਵੀ ਜਾਂਦੇ ਜੀ ਪੈਸੇ ਤੇ ਬਣਦੀ ਮਿਹਨਤ ਤਾਂ ਦੇਣੀ ਚਾਹੀਦੀ ਜੀ। ਤੇ ਬਾਕੀ ਆ ਮਿਹਨਤ ਕੋਈ ਵੀ ਹੈ ਕਿ ਕੋਈ ਫੀਲਡ ਆਈ ਬਸ ਮਿਹਨਤ ਕਰਦੇ ਰਹੋ, ਲੱਗੇ ਰਹੋ, ਕਦੇ ਤਾਂ ਸੁਣਦਾ ਹੀ ਹੈ ਰੱਬ, ਉਹ ਹੁੰਦਾ ਜੀ। ਬਿਲਕੁਲ। ਅਸੀਂ ਸਾਨੂੰ ਮਤਲਬ ਜਿਹੜੇ ਟੈਟੂਜ਼ ਨੇ ਤੇ ਇਹ ਤੁਹਾਡੇ ਸਕੈਚ ਨੇ, ਇਹਨਾਂ ਦੇ ਵਿੱਚ ਕੀ ਡਿਫਰੈਂਸ ਆ ਤੁਹਾਨੂੰ ਬਣਾਉਣ ਲੱਗਿਆ, ਜਾਂ ਕੁਛ ਉੱਦਾਂ, ਜਾਂ ਤੁਹਾਡੇ ਲਈ ਕੁਝ ਜ਼ਿਆਦਾ ਡਿਫਰੈਂਸ ਨਹੀਂ ਹੈਗਾ? ਡਿਫਰੈਂਸ ਹੈਗਾ, ਪਹਿਲਾਂ ਤਾਂ ਲੱਗਦਾ ਹੁੰਦਾ ਜੀ ਜਦੋਂ ਆਪਣੇ ਵੀ ਸਕਿਨ ਤੇ ਕਰਦੇ ਆ ਅਗਲੇ ਦੀ, ਅੱਛਾ। ਉਦੋਂ ਡਰ ਹੁੰਦਾ ਜੀ ਵੀ ਜ਼ਿਆਦਾ ਨਾ ਨੀਡਲ ਡੂੰਘੀ ਵਗ ਜਾਏ ਜੀ, ਖਰਾਬ ਨਾ ਹੋਏ ਜੀ। ਅੱਛਾ। ਤੇ ਉਹ ਡਰ ਜਾ ਹੁੰਦਾ ਜੀ। ਬਾਕੀ ਜਦੋਂ ਜਿਉਂ ਹੱਥ ਖੁੱਲ੍ਹ ਜਾਂਦਾ ਜੀ, ਫਿਰ ਹੁਣ ਘਟ ਗਿਆ ਜੀ, ਪਹਿਲਾਂ ਜ਼ਿਆਦਾ ਹੁੰਦਾ ਸੀਗਾ ਜੀ। ਅੱਛਾ ਜੀ। ਤੇ ਉਹ ਫਿਰ ਕਿੱਥੋਂ ਸਿੱਖੇ ਨੇ ਤੁਸੀਂ ਟੈਟੂਜ਼ ਬਣਾਉਣੇ? ਉਹ ਮੈਂ ਕੋਰਸ ਕੀਤਾ ਸੀ ਚੰਡੀਗੜ੍ਹ ਤੋਂ ਜੀ। ਅੱਛਾ ਜੀ। ਹਾਂਜੀ ਠੀਕ ਹੈ। ਤੇ ਹਲੇ ਵੀ ਹੈਗਾ ਬ੍ਰਾਜ਼ੀਲ ਜਾਣ ਦਾ?
ਹਾਂ ਜੀ ਜਾਵਾਂਗੇ ਜੀ ਉਹਦਾ ਜੀ। ਸੁਪਾਲ ਇਹ ਸਵਾਲ ਅਸੀਂ ਵੈਸੇ ਗੀਤਕਾਰਾਂ ਨੂੰ ਜਾਂ ਗਾਇਕਾਂ ਨੂੰ ਪੁੱਛਦੇ ਹੁੰਦੇ ਹਾਂ ਨਾ ਵੀ ਹਾਂਜੀ, ਤੁਹਾਡਾ ਕੀ ਸਟਰਗਲ ਰਿਹਾ। ਹਾਂਜੀ ਤੇ ਜਿਹੜੇ ਕਲਾਕਾਰ ਇਸ ਕਿੱਤੇ ਦੇ ਵਿੱਚ ਨੇ, ਇਸ ਫੀਲਡ ਦੇ ਵਿੱਚ ਨੇ, ਜਾਂ ਮੈਂ ਸਪੈਸ਼ਲੀ ਤੁਹਾਡੀ ਗੱਲ ਕਰਾਂ ਹਨਾ, ਤਾਂ ਹਾਂਜੀ। ਤੁਹਾਡਾ ਕੀ ਸਟਰਗਲ ਰਹਿੰਦਾ ਆ? ਸਟਰਗਲ ਜੀ ਪਹਿਲਾਂ ਲੱਗੇ ਹੋਏ ਆ, ਮਤਲਬ ਪਹਿਲਾਂ ਤਾਂ ਮੈਂ ਇਹ ਕਰਨ ਤੋਂ ਪਹਿਲਾਂ ਮੈਂ ਮਿਊਜ਼ਿਕ ਸ਼ਾਪ 'ਤੇ ਲੱਗਿਆ ਹੁੰਦਾ ਸੀਗਾ ਜੀ। ਅੱਛਾ ਜੀ। ਉੱਥੇ ਮੈਨੂੰ 10 ਰੁਪਏ ਮਿਲਦੇ ਹੁੰਦੇ ਸੀ ਅੱਛਾ। ਇੱਕ ਦਿਨ ਦੇ ਜੀ। ਅਤੇ ਹੌਲੀ ਹੌਲੀ 30 ਰੁਪਏ ਹੋ ਗਏ ਉੱਥੋਂ ਜੀ। ਅਤੇ +2 ਹੋ ਗਈ ਜੀ। ਉਦੋਂ ਬਾਅਦ 'ਚ ਮੈਂ ਡੈਰੀ 'ਚ ਵੀ ਕੰਮ ਕੀਤਾ ਜੀ। 7 ਸਾਲ ਕੀਤਾ ਜੀ, 12 ਤੋਂ ਲੈ ਕੇ 19 ਤੱਕ ਜੀ। ਅੱਛਾ ਜੀ। ਅਤੇ ਬਸ ਹੌਲੀ ਹੌਲੀ ਅੱਗੇ ਅੱਗੇ ਵੱਧਦੇ ਗਏ ਜੀ। ਤੇ ਪੜ੍ਹਾਈ ਦਾ ਖਰਚਾ ਤੁਸੀਂ ਹੁਣ ਤੱਕ ਫਿਰ ਆਪਣਾ ਆਪਦਾ ਆਪ ਹੀ ਕੀਤਾ ਜੀ। ਹਾਂ ਜੀ, ਅੱਛਾ ਜੀ। ਆਪ ਹੀ ਕੰਮ ਕਰਕੇ ਜਿੰਨਾ ਇੱਧਰੋਂ ਹੀ ਬਣ ਜਾਂਦਾ ਸੀ, ਉੱਧਰੋਂ ਬਣ ਜਾਂਦਾ ਸੀ ਡੈਰੀ ਤੋਂ ਕੋਈ। ਅੱਛਾ ਜੀ। ਜਿਹੜਾ ਤੁਸੀਂ ਪਹਿਲਾ ਸਕੈਚ ਆਪਣਾ ਬਣਾਇਆ ਹੋਊਗਾ ਕਦੇ ਜ਼ਿੰਦਗੀ ਵਿੱਚ, ਜਦੋਂ ਹਾਂਜੀ, ਤੁਸੀਂ ਹਾਂਜੀ। ਸਿੱਖਣਾ ਸ਼ੁਰੂ ਕੀਤਾ ਸੀਗਾ, ਉਹ ਯਾਦ ਹੈ? ਉਹ ਕਿਹੜਾ ਸੀਗਾ ਜਾਂ ਫਿਰ ਉਹ ਮੈਂ ਜੀ ਕਿਵੇਂ ਬਣਿਆ ਸੀ ਉਹ? ਪਹਿਲਾਂ ਸਾਡੇ ਕੰਪਿਊਟਰ ਟੀਚਰ ਸੀ ਇੱਥੇ, ਪਰਮਿੰਦਰ ਸਿੰਘ ਜੀ, ਅੱਛਾ ਉਹਨਾਂ ਦਾ ਬਣਾਇਆ ਸੀਗਾ ਜੀ। ਅੱਛਾ ਅਤੇ ਉਦੋਂ ਬਾਅਦ 'ਚ ਮੇਰੇ ਦੋਸਤ ਨੇ ਦੇਖਿਆ ਇੱਕ ਨੇ ਜੀ, ਉਹ ਕਹਿੰਦਾ ਮੈਨੂੰ ਵੀ ਬਣਾ ਕੇ ਦੇ ਜੀ। ਅੱਛਾ ਅਤੇ ਮੈਂ ਫਿਰ ਉਹ ਪੈਸੇ ਪੁੱਛਣ ਲੱਗ ਗਿਆ ਜੀ। ਉਦੋਂ ਹੁੰਦਾ ਨਹੀਂ ਸੀਗਾ ਵੀ ਚਲੋ ਇਹ ਤਾਂ ਆਈ ਹੈ ਬਣਾਈ ਹੈ। ਅੱਛਾ। ਅਤੇ ਉਦੋਂ ਮੈਂ ਉਹਨੂੰ 50 ਰੁਪਏ ਦਾ ਵੇਚਿਆ ਸੀਗਾ। ਪਹਿਲਾ ਸਕੈਚ। ਹਾਂਜੀ ਹਾਂਜੀ। ਤੇ ਹੁਣ ਮੰਨ ਲਓ ਵੀ ਚਲੋ ਹੈ ਤਾਂ ਵੈਸੇ ਬਹੁਤ ਪਰਸਨਲ ਗੱਲ ਹੈ ਨਾ, ਜੇ ਆਪਾਂ ਪੁੱਛਣਾ ਹੋਵੇ ਵੀ ਹੁਣ ਤੁਹਾਡਾ ਹਾਈਐਸਟ ਕੀ ਕਿੰਨੇ ਕੁ ਦਾ ਪੋਰਟਰੇਟ ਚੱਲਿਆ ਜਾਂਦਾ? ਬਾਹਰ ਹੀ ਰੱਖਿਆ ਹੋਇਆ $50 ਰੱਖੇ ਹੋਇਆ ਜੀ। ਅੱਛਾ ਜੀ। ਅਤੇ ਬਾਹਰ ਵਾਲਿਆਂ ਨੂੰ ਪਤਾ ਹੀ ਹੁੰਦਾ ਵੀ ਬੰਦਾ ਮਿਹਨਤ ਕਰਦਾ ਜਾ ਜੀ, ਉਹਨਾਂ ਨੂੰ ਪਤਾ ਹੀ ਕੀਮਤ ਹੈ ਨਾ ਜੀ ਮਿਹਨਤ ਦਾ ਜੀ। ਉਹ ਆਪ ਹੀ ਵੱਧ ਹੀ ਦੇ ਦਿੰਦੇ ਜੀ। ਅੱਛਾ। ਹਾਂ ਜੀ, 50 ਦੇ ਦਿੰਦੇ, 60 ਦੇ ਦਿੰਦੇ ਜੀ। ਅੱਛਾ। ਮਤਲਬ ਉੱਧਰੋਂ ਕੋਈ ਮਾਰਦਾ ਨਹੀਂ ਪੈਸੇ ਜੀ। ਠੀਕ ਹੈ। ਇੱਧਰਲੀ ਗੱਲ ਨਹੀਂ ਤੁਸੀਂ ਕਰਦੇ ਹੈ ਨਾ, ਇੱਧਰ ਮੈਨੂੰ ਲੱਗਦਾ ਆਪਣੀ ਘੱਟ ਵੈਲਿਊ ਕਰਦੇ ਨੇ ਇਹਨਾਂ ਚੀਜ਼ਾਂ ਇੱਧਰ ਦੀ ਘੱਟ ਗਈ ਹੈ ਜੀ। ਅੱਛਾ ਠੀਕ ਹੈ। ਤੇ ਇਰਫਾਨ ਖਾਨ ਹੋਰਾਂ ਦਾ ਵੀ ਪੋਰਟਰੇਟ ਅਸੀਂ ਇੱਥੇ ਦੇਖ ਰਹੇ ਹਾਂ, ਇਹ ਉਹਨਾਂ ਦੀ ਜਾਣ ਤੋਂ ਬਾਅਦ ਤੁਸੀਂ ਬਣਾਇਆ? ਨਹੀਂ, ਇਹ ਉਸੇ ਦਿਨ ਹੀ ਬਣਾਇਆ ਸੀਗਾ ਜੀ। ਉਸੇ ਦਿਨ? ਸੇਮ ਉਸੇ ਦਿਨ ਹੀ। ਅੱਛਾ। ਤੇ ਇਹ ਥੱਲੇ ਹੰਝੂ ਨੇ ਹਨਾ? ਹਾਂਜੀ ਹਾਂਜੀ। ਉਦੋਂ ਤੁਸੀਂ ਕੀ ਸੋਚ ਰਹੇ ਸੀਗੇ ਇਹਨਾਂ ਬਾਰੇ? ਉਹ ਇਹ ਵਧੀਆ ਫਿਲਮ ਅਦਾਕਾਰ ਹੈ ਜੀ, ਅਤੇ ਵਧੀਆ ਲੱਗਦੇ ਸੀ ਮੈਨੂੰ ਜੀ। ਅੱਛਾ। ਉਦੋਂ ਫਿਰ ਐਂ ਛੋਟਾ ਜਿਹਾ ਬਣਾ ਕੇ ਸਰਧਾਂਜਲੀ ਭੇਂਟ ਕਰਤੀ ਜੀ ਉੱਧਰ ਜੀ। ਇਹ ਕਿੰਨੇ ਟਾਈਮ 'ਚ ਬਣਿਆ ਹੋਇਆ? ਇਹ ਮੈਂ 3 ਘੰਟੇ 'ਚ ਬਣਾਇਆ ਹੋਣਾ ਜੀ, 3-4 ਘੰਟੇ 'ਚ। ਅੱਛਾ। ਹਾਂਜੀ। ਜਿਵੇਂ ਮੰਨ ਲਓ ਆਈਬ੍ਰੋਜ਼ ਨੇ ਜਾਂ ਉਹਨਾਂ ਦੇ ਪਿੱਛੋਂ ਵਾਲ ਦਿਸ ਰਹੇ ਨੇ, ਮੈਂ ਦੇਖ ਰਹੀ ਸੀ ਇੱਕ ਹੋਰ ਇੱਥੇ ਕੋਈ ਟੈਟੂ ਸੀਗਾ ਉਹਦੇ ਵਿੱਚ, ਜਿਵੇਂ ਉਹ ਮਾਤਾ ਜੀ ਦੀ ਹਾਂਜੀ ਹਾਂਜੀ। ਅੱਖਾਂ ਦੇ ਨਾ ਕੁਝ ਵਾਲ ਚਿੱਟੇ ਨੇ ਵਿੱਚੋਂ ਉੱਦਾਂ। ਹਾਂਜੀ ਹਾਂਜੀ। ਉਹ ਸਾਰੀਆਂ ਚੀਜ਼ਾਂ ਸੌਖੀਆਂ ਹੁੰਦੀਆਂ ਨੇ ਕਰਨੀਆਂ ਜਾਂ ਔਖੀਆਂ ਹੁੰਦੀਆਂ ਨੇਗੀਆਂ? ਨਹੀਂ, ਉਹੀ ਆ ਜੀ, ਫੋਟੋ 'ਤੇ ਡਿਪੈਂਡ ਆ ਜੀ, ਅਤੇ ਬਾਕੀ ਡਿਟੇਲ 'ਤੇ ਆ ਜੀ। ਹੈ ਤਾਂ ਥੋੜ੍ਹਾ ਮੋਟਾ, ਜਿੰਨਾ ਸਲੋਅ ਚੱਲੋਗੇ ਤੁਸੀਂ ਕੰਮ 'ਤੇ ਉਨੀ ਡਿਟੇਲ ਵਧੀਆ ਹੋਊਗੀ। ਬਾਕੀ ਜਿਵੇਂ ਉਹ ਵਾਈਟ ਆਈ ਵਾਲ ਜੀ, ਉਹ ਮੋਨੋ ਜ਼ੀਰੋ ਰੇਜ਼ਰ ਨਾਲ ਹੋ ਜਾਂਦੇ ਆ ਜੀ ਬਾਅਦ 'ਚ ਹੀ। ਅੱਛਾ, ਉਹ ਢਾਈ ਜਾਂਦੇ ਨੇ ਨਾ? ਹਾਂਜੀ। ਤੇ ਰੀਸੈਂਟ ਤੁਸੀਂ ਕੀ ਬਣਾ ਰਹੇ ਹੋ ਪੋਰਟਰੇਟ? ਮੈਨੂੰ ਲੱਗਦਾ ਇੱਥੇ ਪਿਆ ਰੀਸੈਂਟ ਜੀ ਦੇਣਾ ਤਾਂ ਸਰਪ੍ਰਾਈਜ਼ ਸੀਗਾ ਜੀ। ਹਾਂ, ਇਹ ਮੈਂ ਗੱਲ ਮੈਂ ਜਾਣ ਕੇ ਪਰ ਇਹ ਤਿਆਰ ਨਹੀਂ ਹੋਇਆ ਟਾਈਮ 'ਤੇ ਜੀ। ਅੱਛਾ। ਟੈਟੂ ਵਾਲਾ ਕੰਮ ਆ ਜਾਂਦਾ ਵਿੱਚ ਜੀ, ਤਾਂ ਕਰਕੇ ਇਹ ਤੁਸੀਂ ਮੇਰੀ ਉਹ ਬਣਾ ਰਹੇ ਹੋ ਨਾ? ਹਾਂਜੀ ਹਾਂਜੀ। ਤੇ ਇਹ ਜਿਵੇਂ ਹੁਣ ਤੁਸੀਂ ਬਣਾ ਰਹੇ ਹੋ ਨਾ, ਇਹਦੇ ਬਾਰੇ ਸਾਨੂੰ ਥੋੜੇ ਦੱਸੋ ਵੀ ਹੁਣ ਇਹ ਕਿੰਨੇ, ਆਪਾਂ ਥੋੜੇ ਜਿਹਾ ਇੱਧਰ ਇਹ ਸਾਰਿਆਂ ਨੂੰ ਦਿਖਾ ਵੀ ਦਈਏ ਵੀ ਇਹ ਕਿੰਨਾ ਕੁ ਬਣ ਗਿਆ, ਇਹਦੇ ਤੇ ਕਿੰਨਾ ਕੰਮ ਹੋ ਗਿਆ ਜਾਂ ਕਿੰਨੇ % ਕੰਮ ਹੋਰ ਰਹਿੰਦਾ? ਇਹਦਾ ਫੇਸ ਦਾ ਮੇਨ ਤਾਂ ਜੀ 40% ਹੀ ਹੋਇਆ ਜੀ, ਇੰਨੇ ਕੁ 60% ਰਹਿੰਦਾ ਜੀ। ਠੀਕ ਹੈ। ਤੇ ਨੀਚੇ ਵਾਲਾ ਮੈਂ ਕੁਛ ਹੋਰ ਸੋਚਿਆ ਹੋਇਆ, ਜਿਹੜਾ ਮਤਲਬ ਸੇਮ ਟੂ ਸੇਮ ਫੋਟੋ ਤਾਂ ਨਹੀਂ ਬਣਾਉਂਦਾ ਜੀ, ਕੁਛ ਐਡ ਕਰਾਂਗੇ ਉਹਦੇ ਵਿੱਚ ਹੀ। ਓਕੇ। ਤਾਂ ਕਰਕੇ ਜੀ। ਠੀਕ ਹੈ। ਤੇ ਜਿਵੇਂ ਮੈਂ ਤਾਂ ਤੁਹਾਨੂੰ ਇਹ ਫੋਟੋ ਭੇਜੀ ਨਹੀਂ ਸੀ, ਫਿਰ ਤੁਸੀਂ ਇੰਨੀ ਡਿਟੇਲਿੰਗ ਨਾਲ ਕਿਵੇਂ ਕੀਤਾ? ਉਹ ਹੈਗੀ ਸੀ ਫੋਟੋ, ਮੈਂ ਦੇਖ ਲਈ ਸੀ, ਉੱਥੇ ਲੈਤੀ ਸੀ ਇੰਸਟਾਗ੍ਰਾਮ ਤੋਂ ਜੀ। ਅਤੇ ਉੱਥੋਂ ਬਸ ਲੈਪਟਾਪ 'ਤੇ ਮੋਬਾਇਲ ਤੋਂ ਵਧੀਆ ਜ਼ਿਆਦਾ ਆਸਾਨ ਹੋ ਜਾਂਦੀ ਹੈ ਲੈਪਟਾਪ 'ਤੇ ਦੇਖਣ ਦੀ, ਉੱਥੇ ਡਿਟੇਲ ਜ਼ਿਆਦਾ ਦਿਖਦੀ ਹੈ ਜੀ। ਅੱਛਾ ਜੀ। ਤਾਂ ਕਰਕੇ ਉੱਥੇ ਕੁਛ ਆਪਾਂ ਇਸ ਟਾਈਮ ਤੁਹਾਨੂੰ ਡਰਾ ਕਰਦੇ ਹੋਏ ਦੇਖ ਸਕਦੇ ਹਾਂ ਵੀ ਤੁਸੀਂ ਕਿੱਦਾਂ? ਹਾਂਜੀ ਹਾਂਜੀ, ਇਹਦੀ ਮਾਰ ਦਿੰਦੇ। ਕਿਹੜੀ ਪੈਨਸਲ ਚਾਹੀਦੀ ਹੋਊਗੀ ਤੁਹਾਨੂੰ? ਹਾਂਜੀ ਹਾਂਜੀ। ਇਹ ਠੀਕ ਹੈ। ਇਹ ਨਿਗਾਹ ਦਾ ਕੰਮ ਵੀ ਬਹੁਤ ਹੁੰਦਾ ਹੋਣਾ ਹੈ ਨਾ? ਹਾਂਜੀ ਹਾਂਜੀ, ਨਿਗਾਹ ਲੱਗਦੀ ਹੈ ਬਹੁਤ ਹੀ। ਅੱਛਾ। ਘੱਟ ਗਈ ਅੱਧੀ ਹੈ ਨੰਬਰ? ਘੱਟ ਗਈ? ਹਾਂਜੀ ਹਾਂਜੀ। ਇਹ 'ਚ ਵੀ ਕੁਝ ਟੈਕਨੀਕਲ ਟਰਮਸ ਹੁੰਦੀਆਂ ਨੇਗੀਆਂ? ਹਾਂਜੀ ਹਾਂਜੀ, ਫੇਸ 'ਤੇ ਮੇਨ ਤਾਂ ਇਹ ਹੁੰਦਾ ਵੀ ਦੇਖਣਾ ਤੁਸੀਂ ਵੀ ਲਾਈਟ ਕਿੱਥੇ ਪੈਂਦੀ ਹੈ ਨਾ ਜੀ, ਡਾਰਕ ਏਰੀਆ ਕਿਹੜਾ ਜੀ,
ਉਹ ਸਟੈਪ ਦੇ ਹਿਸਾਬ ਨਾਲ ਚੱਲੀ ਜਾਣਾ ਜੀ। ਅੱਛਾ, ਨਹੀਂ ਬਹੁਤ ਸੋਹਣਾ। ਤੇ ਇਹਨੂੰ ਹੁਣ ਜੇ ਤੁਸੀਂ ਇਹਨੂੰ ਪੂਰਾ ਕਰਨਾ, ਇਹਨੂੰ ਕਿੰਨਾ ਟਾਈਮ ਲੱਗੂਗਾ ਜੋ ਤੁਸੀਂ ਮਤਲਬ ਸੋਚਿਆ ਹੋਇਆ ਵੀ ਕਿੱਦਾਂ ਕਰਨਾ ਹੈ? ਉਹ ਤਾਂ ਮੈਂ ਇੱਕ ਦਿਨ 'ਚ ਵੀ ਕਰ ਸਕਦਾ ਜੀ, ਪਰ ਮੈਂ ਮੂਡ ਤੇ ਕਰਦਾ ਕੰਮ। ਐਡੀ ਵੀ ਗੱਲ ਨਹੀਂ, ਕੁਝ ਵੀ ਹੋ ਸਕਦਾ। ਹਾਂਜੀ ਹਾਂਜੀ, ਐਂ ਤਾਂ ਮੈਂ ਕਰਿਆ ਜੀ ਕਈ 8-8 ਘੰਟੇ 4-4 ਘੰਟੇ 'ਚ ਹੀ ਹੋ ਜਾਂਦੇ। ਅੱਛਾ ਜੀ। ਤੇ ਪਰ ਐਂ ਜੀ ਜੇ ਚੀਜ਼ ਸੋਹਣੀ ਚਾਹੀਦੀ ਹੈ ਫਿਰ ਉਹਦੇ ਵਾਸਤੇ ਟਾਈਮ ਜਿੰਨੀ ਪੇਸ਼ੈਂਸ ਚਾਹੀਦੀ ਉਹਨਾਂ ਦਾ ਲਾਉਣਾ ਹੀ ਪੈਣਾ ਜੀ। ਅੱਛਾ, ਚਲੋ ਕਿ ਆਪਾਂ ਗੱਲ ਕਰ ਸਕਦੇ ਹਾਂ ਤੇ ਇਹ ਇਹ ਬਹੁਤ ਇਹ ਤਾਂ ਹਾਲੇ ਹਾਈ ਨਹੀਂ ਰੱਖਣਾ ਜੀ, ਨੀਚੋਂ ਨਹੀਂ ਦਿਖਾਉਣਾ ਜੀ। ਨਹੀਂ ਥੱਲੇ ਨਹੀਂ ਆਪਾਂ, ਮੈਨੂੰ ਪਤਾ ਤੁਸੀਂ ਉਹ ਕੀਤਾ ਹੋਇਆ। ਹਾਂਜੀ ਹਾਂਜੀ। ਅੱਛਾ, ਇਹ ਤੁਸੀਂ ਬਣਾਉਂਦੇ ਹੋ ਖਾਸ ਤੌਰ ਤੇ ਜਦੋਂ ਤੁਸੀਂ ਕੋਈ ਵੀ ਪੋਰਟਰੇਟ ਬਣਾਉਣਾ ਹੁੰਦਾ ਤੇ ਤੁਸੀਂ ਸਿਲੈਕਸ਼ਨ ਕਿਵੇਂ ਰਹਿੰਦੀ ਹੈ ਤੁਹਾਡੀ ਵੀ ਹੁਣ ਮੇਰਾ ਨੈਕਸਟ ਪੋਰਟਰੇਟ ਆ ਹੋਣ ਵਾਲਾ? ਪਹਿਲਾਂ ਮੈਂ ਕਮਿਸ਼ਨ ਵਰਕ ਹੀ ਕਰਦਾ ਹੁੰਦਾ ਸੀਗਾ ਜੀ। ਕਮਿਸ਼ਨ ਵਰਕ ਮਤਲਬ? ਹਾਂਜੀ ਹਾਂਜੀ, ਮਤਲਬ ਜਿਹੜਾ ਕੈਨੇਡਾ ਤੋਂ ਆਉਂਦਾ ਜਿਹੜਾ ਆਰਡਰ ਤੇ ਜੀ। ਅੱਛਾ, ਆਰਡਰ ਤੇ ਉਹਦੇ ਸਿਲੈਕਟ ਤਾਂ ਐਂ ਹੁੰਦਾ ਸੀਗਾ ਵੀ ਅਗਲੇ ਤੋਂ 4-5 ਫੋਟੋਆਂ ਮੰਗਵਾ ਲਈਦੀਆਂ ਸੀਗੀਆਂ ਜੀ। ਅੱਛਾ ਜੀ। ਤੇ ਫਿਰ ਉਹਨਾਂ 'ਚੋਂ ਜਿਹੜੀ ਮੈਨੂੰ ਲੱਗਦੀ ਵੀ ਇਹਦਾ ਸਹੀ ਰਹੂਗਾ ਜੀ, ਫਿਰ ਉਹਨੂੰ ਦੱਸਦੀ ਵੀ ਇਹ ਬਣ ਜੂਗੀ। ਅੱਛਾ ਜੀ। ਤੇ ਇੰਨਾ ਇਹਦਾ ਖਰਚਾ ਆਊਗਾ ਤੇ ਬਾਕੀ ਉਹ ਕਹਿੰਦੇ ਵੀ ਠੀਕ ਹੈ ਜੀ। ਠੀਕ ਹੈ। ਤੇ ਉੱਦਾਂ ਜਿਵੇਂ ਤੁਸੀਂ ਕੁਛ ਆਪਦੇ ਮਨ ਨਾਲ ਜਦੋਂ ਤੁਸੀਂ ਕੁਛ ਡਰਾ ਕਰਨਾ ਹੁੰਦਾ ਫਿਰ ਤੁਸੀਂ ਕਿਵੇਂ ਚੂਜ਼ ਕਰਦੇ ਹੋ ਵੀ ਮੈਂ ਹੁਣ ਇਹ ਪੋਰਟਰੇਟ ਬਣਾਵਾਂ? ਹੈਗੇ 1-2 ਸਟਾਰਟ ਕੀਤੇ ਹੋਏ, ਜਿਵੇਂ ਬਾਲੀਵੁੱਡ ਦੀ ਹੈ ਜੀ, ਐਕਟਰਾਂ ਦੇ। ਅੱਛਾ ਜੀ। ਜਿਵੇਂ ਨਵਾਜ਼ੁਦੀਨ ਦਾ ਜੀ, ਉਹਨਾਂ ਦੇ ਜਿਹੜੇ ਮਤਲਬ ਮਨ ਨੂੰ ਸ਼ਾਂਤੀ ਕਹਿ ਸਕਦੇ ਆ ਜੀ, ਵਧੀਆ ਲੱਗਦਾ ਉਹਨਾਂ ਦਾ ਕੰਮ ਕਰਕੇ। ਅੱਛਾ, ਅਸੀਂ ਤੁਹਾਨੂੰ 1-2 ਗਾਣਿਆਂ 'ਚ ਵੀ ਦੇਖਿਆ ਤੇ ਉਹ ਸਬੱਬ ਕਿੱਦਾਂ ਬਣਿਆ? ਉਹ ਹੁਸਤਿੰਦਰ ਉਹਨਾਂ ਦੇ ਗੀਤਾਂ 'ਚ ਅਸੀਂ ਤੁਹਾਨੂੰ ਦੇਖਿਆ। ਉਹ ਬਾਈ ਹੋਰਾਂ ਹੈਗੇ ਨਾਲ ਪਹਿਲਾਂ ਦੀ 2017 ਦੇ ਮਿਲੇ ਸੀ ਬਾਈ। ਅੱਛਾ ਜੀ। ਤੇ ਉਦੋਂ ਬਾਅਦ ਸਾਡਾ ਗਰੁੱਪ ਜਿਹਾ ਵਧੀਆ ਬਣ ਗਿਆ ਜੀ, 20-21 ਜਣਿਆਂ ਦਾ ਜੀ। ਤੇ ਹੁਣ ਸਾਰੀ ਟੀਮ ਹੀ ਬਣ ਗਈ। ਅੱਛਾ, ਸਾਰੇ ਜਾਣੇ ਉਹਦੇ ਵਿੱਚ ਹੈਗੇ ਜੀ। ਠੀਕ ਹੈ। ਤੇ ਉਹਨਾਂ ਨੇ ਦਿੱਤਾ ਸੀ ਮੌਕਾ ਉਹਦਾ ਜੀ। ਅੱਛਾ ਜੀ। ਹਾਂਜੀ। ਪਰ ਤੁਸੀਂ ਇਸ ਪ੍ਰੋਫੈਸ਼ਨ 'ਚ ਆਪਣੇ ਆਪ ਨੂੰ ਕਿੱਥੇ ਦੇਖਣਾ ਚਾਹੁੰਦੇ ਹੋ ਵੀ ਆਰਟਿਸਟਾਂ ਦੇ ਲਈ ਹੁੰਦਾ ਕਿ ਫਲਾਣੇ ਸਟੂਡੀਓ ਸਾਡਾ ਸਟੈਚੂ ਲੱਗ ਜੇ ਜਾਂ ਫਲਾਣੇ ਹਾਲ ਦੇ ਵਿੱਚ ਜਾ ਕੇ ਅਸੀਂ ਪਰਫਾਰਮ ਕਰੀਏ, ਸਾਡਾ ਇੱਕ ਲੈਵਲ ਸੈੱਟ ਹੋ ਜਾਊਗਾ, ਤਾਂ ਇਸ ਪ੍ਰੋਫੈਸ਼ਨ ਦੇ ਵਿੱਚ ਕੀ ਹੈਗਾ? ਟੈਟੂ ਵਾਲੇ 'ਚ? ਟੈਟੂ ਵਾਲੇ ਇਹਦੇ ਵਿੱਚ ਪੈਨਸਲ ਆਰਟ 'ਚ? ਪੈਨਸਲ ਆਰਟ ਦੇ ਤਾਂ ਹੁਣ ਤਾਂ ਮੈਂ ਘਟਾਈ ਰੱਖਿਆ ਹੁੰਦੇ ਮੈਂ ਦੱਸਿਆ ਜੀ, ਪਰ ਮੇਰਾ ਟੈਟੂ ਦਾ ਹੈਗਾ ਜੀ, ਜਿਵੇਂ ਵੀ ਇਹ ਕੰਮ ਬੋਲਦਾ ਜੀ। ਅੱਛਾ ਜੀ। ਤੇ ਉਵੇਂ ਉਹ ਬੋਲੇ ਜੀ ਅੱਗੇ ਜਿਵੇਂ ਮੈਂ ਕਰਾਂਗਾ ਜੀ। ਠੀਕ ਹੈ। ਹਾਂਜੀ। ਸੋ ਬਹੁਤ ਮਿਹਰਬਾਨੀ ਸੁਖਪਾਲ, ਸਾਨੂੰ ਤੁਸੀਂ ਟਾਈਮ ਦਿੱਤਾ, ਆਪਦੇ ਘਰੇ ਸੱਦਿਆ ਤੇ ਮੈਨੂੰ ਬਹੁਤ ਖੁਸ਼ੀ ਆ ਵੀ ਅਸੀਂ ਆਪਦੇ ਘਰੇ ਆਪਣੀ ਬੇਟੀ ਦੀ ਜੋ ਸੀ ਪਹਿਲੀ ਤਸਵੀਰ ਲਾਈ ਸੀ ਉਹ ਤੁਹਾਡਾ ਬਣਾਇਆ ਹੋਇਆ ਇੱਕ ਸਕੈਚ ਸੀਗਾ ਹਨਾ, ਤੇ ਮੈਨੂੰ ਹਮੇਸ਼ਾ ਉਹ ਬਹੁਤ ਖਾਸ ਲੱਗਦਾ। ਇੱਕ ਤਾਂ ਉਹਦੀ ਪਹਿਲੀ ਫੋਟੋ ਆ, ਹਾਂਜੀ ਹਾਂਜੀ, ਮਤਲਬ ਜੋ ਸੀ ਫਰੇਮ, ਉਹਦਾ ਪਹਿਲਾ ਫਰੇਮ ਆ ਜਿਹੜਾ ਅਸੀਂ ਘਰੇ ਲਾਇਆ ਸੀ। ਹਾਂਜੀ ਹਾਂਜੀ। ਤੇ ਬਹੁਤ ਬਹੁਤ ਸ਼ੁਕਰੀਆ ਸਾਨੂੰ ਤੁਸੀਂ ਸਮਾਂ ਦਿੱਤਾ। ਤੇ ਮੈਂ ਕਹੂੰਗੀ ਕਿ ਠੀਕ ਆ ਤੁਸੀਂ ਟੈਟੂ ਵੱਲ ਚਲੇ ਗਏ, ਪਰ ਇਹ ਵੀ ਨਾਲ ਦੀ ਨਾਲ ਤੁਸੀਂ ਆਪਣਾ ਜਾਰੀ ਰੱਖਿਓ ਨਾ। ਹੌਲੀ ਹੌਲੀ ਕਰ ਘਟਾ ਰੱਖਿਆ ਪਰ ਕਰੀ ਜਾਣਾ ਜੀ। ਵੈਸੇ ਉਦਾਂ ਸਿਖਾਇਆ ਤੁਸੀਂ ਕਿਸੇ ਨੂੰ ਅੱਜ ਤੱਕ? ਇਹ ਨਹੀਂ, ਹਫ਼ਤੇ ਆ ਕੇ ਮੁੜ ਜਾਂਦਾ ਅਗਲਾ ਹੀ, ਹਫ਼ਤੇ ਤੋਂ ਵੱਧ ਆਉਂਦੀ ਨਹੀਂ ਕੋਈ ਜੀ। ਇਹ ਕੰਮ ਸਿੱਖਣ ਦੇ ਲਈ ਸਭ ਤੋਂ ਜ਼ਰੂਰੀ ਕੀ ਚੀਜ਼ ਹੁੰਦੀ ਆ? ਸਬਰ ਹੀ ਜ਼ਰੂਰੀ ਹੈ ਇਸ ਚੀਜ਼ ਲਈ ਤਾਂ ਜੀ। ਅੱਛਾ, ਮਤਲਬ ਜਿੰਨਾ ਤੁਹਾਡੇ ਲਈ ਸਬਰ ਹੋਊਗਾ ਜੀ ਉਨਾ ਹੀ ਹੌਲੀ ਹੌਲੀ ਹੁੰਦਾ ਜੀ। ਕੋਈ ਵੀ ਐ ਨਹੀਂ ਹੈਗਾ ਵੀ ਮਹੀਨੇ 'ਚ ਕੋਈ ਕੰਮ ਸਿੱਖ ਜੂਗਾ ਜੀ, ਟਾਈਮ ਤਾਂ ਲੱਗਦੀ ਹੈ ਜੀ। ਤੇ 7 ਸਾਲਾਂ ਬਾਅਦ ਤੁਸੀਂ ਉਹਦੇ ਘਰਦਿਆਂ ਦੇ ਵਿੱਚ ਕੁਝ ਚੇਂਜ ਆਬਜ਼ਰਵ ਕੀਤਾ ਵੀ ਉਹ ਇਸ ਕੰਮ ਨੂੰ ਸਮਝਦੇ ਨਹੀਂ? ਹਾਂਜੀ ਹਾਂਜੀ, ਹੁਣ ਤਾਂ ਹੀ ਕਹਿੰਦੇ ਆ ਜੀ। ਅੱਛਾ, ਤੁਸੀਂ ਜਦੋਂ ਪੋਰਟਰੇਟ ਬਣਾਉਂਦੇ ਹੋ ਕਦੇ ਉਹਨਾਂ ਨੂੰ ਦਿਖਾਇਆ ਤੁਸੀਂ, ਜਾਂ ਉਹਨਾਂ ਦਾ ਕਦੇ ਬਣਾਇਆ ਤੁਸੀਂ? ਨਹੀਂ, ਮੈਂ ਘੱਟ ਹੀ ਬਣਾਇਆ ਜੀ। ਘਰਦਿਆਂ ਦਾ, ਰਿਸ਼ਤੇਦਾਰਾਂ ਦਾ ਕਹਿੰਦੇ ਤਾਂ ਬਹੁਤ ਹੈ ਜੀ, ਮੈਂ ਬਣਦੀ ਨਹੀਂ ਗਈ ਉਹ ਜੀ। ਅੱਛਾ, ਫਿਰ ਅੱਗੇ ਤੋਂ ਅੱਗੇ ਆਈ ਜਾਂਦਾ ਜੀ। ਫਿਰ ਅੱਛਾ, ਕੋਈ ਕਦਰ ਜੀ ਹੁੰਦੀ ਨਹੀਂ ਕਿ ਮੇਰੇ ਰਿਸ਼ਤੇਦਾਰੀ 'ਚ ਕਹਿੰਦੇ ਉਹ ਐਂ ਬਣਾਦਾ। ਅੱਛਾ, ਠੀਕ ਹੈ। ਸੋ ਬਹੁਤ ਮਿਹਰਬਾਨੀ, ਤੁਸੀਂ ਸਾਨੂੰ ਸਮਾਂ ਦਿੱਤਾ। ਤੁਹਾਡਾ ਵੀ ਧੰਨਵਾਦ ਜੀ, ਤੁਸੀਂ ਆਏ ਸਾਡੇ ਵੇਲੇ ਦੂਰੋਂ ਚੱਲ ਕੇ। ਤੇ ਅਸੀਂ ਚਾਹਾਂਗੇ ਕਿ ਇਹੋ ਜਿਹੀ ਕਲਾ ਨੂੰ ਹੁੰਗਾਰਾ ਮਿਲਣਾ ਬਹੁਤ ਜ਼ਰੂਰੀ ਹੈ। ਹਾਂਜੀ ਹਾਂਜੀ। ਸੋ ਇਸ ਕਲਾ ਨੂੰ ਤੁਹਾਡੀ ਨੂੰ ਹੁੰਗਾਰਾ ਮਿਲੇ ਅਤੇ ਤੁਹਾਡਾ ਜੋ ਸੁਪਨਾ ਹੈ ਬ੍ਰਾਜ਼ੀਲ ਜਾ ਕੇ ਟੈਟੂ ਸਿੱਖਣ ਦਾ, ਜਾਂ ਫਿਰ ਆਪਾਂ ਗੱਲ ਕਰ ਰਹੇ ਸੀਗੇ ਵੀ ਸੰਗਰੂਰ ਤੇ ਮੋਹਾਲੀ ਦੇ ਵਿਚਾਲੇ ਹੈ ਨਾ ਪਟਿਆਲੇ ਇੱਕ ਤੁਸੀਂ ਆਪਣਾ ਸਟੂਡੀਓ ਖੋਲ੍ਹਣਾ ਚਾਹੁੰਦੇ ਹੋ, ਤੇ ਉਹ ਵੀ ਤੁਹਾਡਾ ਸੁਪਨਾ ਜ਼ਰੂਰ ਪੂਰਾ ਹੋਵੇ। ਤੇ ਲੱਗੇ ਹੋਏ ਆ ਜੀ ਹੌਲੀ ਹੌਲੀ। ਬਹੁਤ ਮਿਹਰਬਾਨੀ। ਤੇ ਮੈਂ ਦਰਸ਼ਕਾਂ ਨੂੰ ਜ਼ਰੂਰ ਕਹਿਣਾ ਚਾਹੂੰਗੀ ਕਿ ਇੰਸਟਾਗ੍ਰਾਮ ਤੇ ਤੁਸੀਂ ਇਹਨਾਂ ਨੂੰ sukhpal_art ਇਹਨਾਂ ਦਾ ਅਕਾਊਂਟ ਹੈ, ਉੱਥੇ ਤੁਸੀਂ ਇਹਨਾਂ ਨੂੰ ਫੋਲੋ ਕਰ ਸਕਦੇ ਹੋ। ਤੇ ਜੇ ਤੁਸੀਂ ਕਦੇ ਕੁਝ ਬਣਵਾਉਣਾ ਚਾਹੁੰਦੇ ਹੋ ਤੇ ਬਕਾਇਦਾ ਪੇਮੈਂਟ ਕਰਕੇ ਬਣਵਾਇਓ।
ਤੇ ਇਹਦੇ ਨਾਲ ਹੀ ਫੇਸਬੁੱਕ ਤੇ ਵੀ ਤੁਹਾਡਾ ਹੈਗਾ ਹਾਂਜੀ, ਹੈ ਨਾ, ਹਾਂਜੀ, ਕਿਉਂਕਿ same ਅੱਜ ਹੀ। ਕੱਲ ਅਸੀਂ ਸਾਰਾ ਕੰਮ ਹਰ ਇੱਕ ਆਰਟਿਸਟ ਦਾ ਜਾਂ ਹਰ ਇੱਕ ਇਨਸਾਨ ਦਾ ਸੋਸ਼ਲ ਮੀਡੀਆ ਤੇ ਦੇਖਦੇ ਹੋ, ਸੋ ਸੋਸ਼ਲ ਮੀਡੀਆ ਤੇ ਤੁਸੀਂ ਇਹਨਾਂ ਨੂੰ ਫੋਲੋ ਕਰ ਸਕਦੇ ਹੋ। ਬਾਕੀ ਸੁਖਪਾਲ ਦੀ ਆਰਟ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਦੱਸਿਓ। ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ ਸ਼ੁਕਰੀਆ ਸੁਖਪਾਲ, ਸ਼ੁਕਰੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।